Good morning, students. My name Dheeraj Sharma, science teacher, Government Senior Secondary School, Panoki, District Kapurthala, City Fagwada. Students, ਅੱਜ ਅਸੀਂ class 6th ਦਾ science subject ਨਾਲ related first chapter food, where does it come from ਜਾਂ ਭੋਜਨ ਇਹ ਸਾਨੂੰ ਕਿੱਥੋਂ ਪ੍ਰਾਪਤ ਹੁੰਦਾ ਹੈ ਦਾ ਭਾਗ ਦੂਜਾ ਅੱਜ ਪੜ੍ਹਨ ਜਾ ਰਹੇ ਹਾਂ। ਇਸ ਦੇ ਬੇਸਿਕਲੀ ਅੱਜ ਅਸੀਂ ਜਿਹੜੇ ਤੁਹਾਡੇ ਬੁੱਕ ਦੇ ਵਿੱਚ ਪ੍ਰਸ਼ਨ ਉੱਤਰ ਦਿੱਤੇ ਹੋਇਆ, ਕੁਐਸਚਨ ਆਨਸਰ ਦਿੱਤੇ ਹੋਇਆ, ਉਹਦੇ ਬਾਰੇ ਵੀ ਚਰਚਾ ਕਰਾਂਗੇ। ਪਲੱਸ ਜੋ ਪਹਿਲੇ ਭਾਗ ਦੇ ਵਿੱਚ ਅਸੀਂ ਪੜ੍ਹ ਲਿਆ ਉਹਨੂੰ ਵੀ ਇੱਕ ਵਾਰੀ 5 ਮਿੰਟ ਦੇ ਵਿੱਚ ਅਸੀਂ ਦੁਹਰਾ ਲੈਣਾ ਹੈਗਾ, ਫਿਰ ਅਸੀਂ ਕੁਐਸਚਨ ਆਨਸਰਸ ਇਸ ਚੈਪਟਰ ਦੇ ਕਰਨੇ ਹੈਗੇ। ਤਾਂ ਬੱਚਿਓ, ਇਸ ਚੈਪਟਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਦੇਖਿਆ ਸੀਗਾ ਕਿ ਵੱਖ-ਵੱਖ ਪ੍ਰਕਾਰ ਦੇ ਭੋਜਨ ਜਿਹੜੇ ਆ ਉਹ ਅਸੀਂ ਖਾਂਦੇ ਹੈਗੇ ਆ। ਰੋਟੀ ਆ, ਦਾਲਾਂ ਆ, ਸਬਜ਼ੀਆਂ ਆ, ਦੁੱਧ ਵਗੈਰਾ ਹੈਗਾ ਆ, ਜਾਂ ਫਾਸਟ ਫੂਡਸ ਵਗੈਰਾ ਅਸੀਂ ਖਾਂਦੇ ਹੈਗੇ ਆ। ਤਾਂ ਇਹਨਾਂ ਨੂੰ ਬਣਾਉਣ ਦੇ ਲਈ ਸਾਨੂੰ ਬੱਚਿਓ ਕੱਚੀ ਸਮੱਗਰੀ ਦੀ ਲੋੜ ਪੈਂਦੀ ਸੀ। ਕੱਚੀ ਸਮੱਗਰੀ ਕੀ ਸੀ ਇਹਦੇ ਬਾਰੇ ਆਪਾਂ ਪੜ੍ਹਿਆ ਵੀ ਸੀਗਾ। ਜਿੱਦਾਂ ਭੋਜਨ ਨੂੰ ਬਣਾਉਣ ਦੇ ਲਈ ਉਹ ਲੋੜੀਂਦੀ ਸਮੱਗਰੀ ਜੋ ਸਾਨੂੰ ਪੇੜ ਪੌਦਿਆਂ ਅਤੇ ਜਾਨਵਰਾਂ ਤੋਂ ਪ੍ਰਾਪਤ ਹੁੰਦੀ ਹੈ, ਜਿਵੇਂ ਕਿ ਮਸਾਲੇ ਹੋ ਗਿਆ, ਤੇਲ ਹੋ ਗਿਆ, ਘਿਓ, ਕੱਚੀ ਸਬਜ਼ੀਆਂ, ਦੁੱਧ, ਪਾਣੀ ਆਦਿ। ਇਹਦੇ ਵਿੱਚ ਨਮਕ ਤੇ ਪਾਣੀ ਇਹ ਸਾਨੂੰ ਕੁਦਰਤੀ ਰੂਪ 'ਚ ਮਿਲਦੇ। ਨਮਕ ਜਿਹੜਾ ਸਮੁੰਦਰਾਂ ਦੇ ਵਿੱਚੋਂ ਜਾਂ ਅਸੀਂ ਐਕਸਟਰੈਕਟ ਕਰਦੇ ਹਾਂ। ਪਾਣੀ ਜਿਹੜਾ ਆ ਉਹ ਸਾਨੂੰ ਕੁਦਰਤ ਦੇ ਵਿੱਚੋਂ, ਝੀਲਾਂ 'ਚੋਂ, ਨਦੀਆਂ 'ਚੋਂ ਉੱਥੋਂ ਪ੍ਰਾਪਤ ਹੋ ਜਾਂਦਾ। ਤਾਂ ਕੱਚੀ ਸਮੱਗਰੀ ਕੀ ਹੈ? ਕੱਚੀ ਸਮੱਗਰੀ ਸਾਨੂੰ ਪੇੜ ਪੌਦਿਆਂ ਜਾਂ ਫਿਰ ਜਾਨਵਰਾਂ ਤੋਂ ਜਿਹੜੀ ਪ੍ਰਾਪਤ ਹੁੰਦੀ। ਜਿੱਦਾਂ ਕਿ ਆਪਾਂ ਮਿਕਸ ਵੈਜ ਦੀ ਇੱਥੇ ਗੱਲ ਕੀਤੀ ਸੀ, ਤਾਂ ਇੱਥੇ ਮਿਕਸ ਵੈਜ ਨੂੰ ਬਣਾਉਣ ਦੇ ਲਈ ਸਬਜ਼ੀਆਂ ਚਾਹੀਦੀਆਂ, ਉਹ ਸਾਨੂੰ ਪੌਦਿਆਂ ਤੋਂ ਪ੍ਰਾਪਤ ਹੁੰਦੀਆਂ। ਮਸਾਲੇ ਅਤੇ ਤੇਲ ਚਾਹੀਦੇ, ਉਹ ਵੀ ਸਾਨੂੰ ਪੌਦਿਆਂ ਤੋਂ ਹੀ ਪ੍ਰਾਪਤ ਹੋ ਜਾਂਦੇ। ਘਿਓ ਵਗੈਰਾ ਉਹ ਜਾਨਵਰਾਂ ਤੋਂ, ਮਤਲਬ ਮੱਝਾਂ ਤੋਂ ਜਾਂ ਗਾਵਾਂ ਤੋਂ, ਉਹਨਾਂ ਦੇ ਦੁੱਧ ਤੋਂ ਅਸੀਂ ਘਿਓ ਨੂੰ ਬਣਾਉਂਦੇ। ਇਸ ਤੋਂ ਇਲਾਵਾ ਅਸੀਂ ਸਬਜ਼ੀ ਦੇ ਵਿੱਚ ਨਮਕ ਵੀ ਪਾਉਂਦੇ। ਉਹ ਨਮਕ ਸਾਨੂੰ ਤੁਹਾਨੂੰ ਦੱਸ ਦਿੱਤਾ ਕਿ ਉਹ ਸਮੁੰਦਰਾਂ ਦੇ ਵਿੱਚੋਂ ਅਸੀਂ ਉਸ ਨੂੰ ਪ੍ਰਾਪਤ ਕਰਦੇ ਹੈਗੇ। ਅੱਗੇ ਅਸੀਂ ਇੱਕ ਹੋਰ ਕੱਚੀ ਸਮੱਗਰੀ, ਜਿੱਦਾਂ ਕੋਈ ਆਪਾਂ ਆਈਟਮ ਬਣਾਈ ਸੀ, ਉਹ ਸੀਗੀ ਖੀਰ। ਜਿੱਦਾਂ ਹੁਣ ਆਪਾਂ ਫੂਡ ਆਈਟਮ ਇੱਕ ਬਣਾਉਂਦੇ ਹਾਂ, ਉਹ ਹੈਗੀ ਖੀਰ। ਤਾਂ ਖੀਰ ਨੂੰ ਬਣਾਉਣ ਦੇ ਲਈ ਕਿਹੜੀ ਕੱਚੀ ਸਮੱਗਰੀ ਚਾਹੀਦੀ ਆ? ਉਹ ਜਿਵੇਂ ਕਿ ਚਾਵਲ ਹੋ ਗਿਆ, ਖੰਡ ਹੋ ਗਿਆ, ਦੁੱਧ ਹੋ ਗਿਆ। ਇਹ ਕੱਚੀ ਸਮੱਗਰੀ ਹੋ ਗਈ, ਇਨਗਰੀਡੀਐਂਟਸ ਹੋ ਗਿਆ ਖੀਰ ਨੂੰ ਬਣਾਉਣ ਦੇ ਲਈ। ਚਾਵਲ ਜਿਹੜੇ ਆ ਉਹ ਪੌਦੇ ਤੋਂ ਮਿਲਦੇ ਆ, ਝੋਨੇ ਦੀ ਫਸਲ ਤੋਂ ਮਿਲਦੇ ਆ। ਖੰਡ ਜਿਹੜੀ ਆ ਉਹ ਵੀ ਪੌਦਿਆਂ ਤੋਂ ਮਿਲਦੀ ਹੈ। ਗੰਨੇ ਤੋਂ ਅਸੀਂ ਖੰਡ ਬਣਾਉਂਦੇ ਹੈਗੇ। ਗੰਨਾ ਜਿਹੜਾ ਆ ਉਹ ਤਣਾ ਆ, ਇਹ ਵੀ ਆਪਾਂ ਪੜ੍ਹ ਚੁੱਕੇ ਹਾਂ। ਦੁੱਧ ਜਿਹੜਾ ਉਹ ਜਾਨਵਰਾਂ ਤੋਂ ਮਿਲ ਜਾਂਦਾ। ਫਿਰ ਹੋਰ ਕੱਚੀ ਸਮੱਗਰੀ ਦੀ ਉਦਾਹਰਨ ਅਸੀਂ ਦੇਖੀ ਸੀ ਕਿ ਜਿਵੇਂ ਕਿ ਅਸੀਂ ਜੇਕਰ ਉਬਲੇ ਚਾਵਲ ਬਣਾਉਣੇ ਹੋਣ, ਤਾਂ ਉਬਲੇ ਚਾਵਲ ਨੂੰ ਬਣਾਉਣ ਦੇ ਲਈ ਸਾਨੂੰ ਚਾਵਲ ਚਾਹੀਦਾ। ਚਾਵਲ ਮਤਲਬ ਝੋਨੇ ਦੀ ਫਸਲ ਤੋਂ ਅਸੀਂ ਚਾਵਲ ਪ੍ਰਾਪਤ ਕਰਦੇ ਹਾਂ। ਪਾਣੀ ਚਾਹੀਦਾ, ਉਹ ਕੁਦਰਤੀ ਰੂਪ ਦੇ ਵਿੱਚੋਂ ਝੀਲਾਂ, ਨਦੀਆਂ ਤੋਂ ਸਾਨੂੰ ਪ੍ਰਾਪਤ ਹੋ ਜਾਂਦਾ। ਦੂਜੇ ਪਾਸੇ ਰੋਟੀ ਜਾਂ ਆਟਾ, ਜਾਂ ਜਿਹਨੂੰ ਆਪਾਂ ਚਪਾਤੀ ਕਹਿੰਦੇ, ਉਹ ਸਾਨੂੰ ਕਣਕ ਦੀ ਫਸਲ ਨੂੰ ਜਦੋਂ ਅਸੀਂ ਪਸਾ ਲੈਂਦੇ, ਸਾਨੂੰ ਆਟਾ ਪ੍ਰਾਪਤ ਹੋ ਜਾਂਦਾ। ਉਸਨੂੰ ਪਾਣੀ ਦੇ ਵਿੱਚ ਮਿਲਾ ਕੇ ਅਸੀਂ ਆਟਾ ਬਣਾ ਕੇ ਉਹਦੀਆਂ ਰੋਟੀਆਂ ਜਿਹੜੀਆਂ ਪਕਾ ਲੈਂਦੇ। ਤਾਂ ਇਹ ਕੁਝ ਸਾਡੇ ਕੋਲ ਉਦਾਹਰਨਾਂ ਸੀਗੀਆਂ ਕੱਚੀ ਸਮੱਗਰੀ ਦਾ। ਮਤਲਬ ਕੀ ਆ? ਉਹ ਸਮੱਗਰੀ ਜਿਹਨੂੰ ਅਸੀਂ ਆਪਣੇ ਭੋਜਨ ਨੂੰ ਬਣਾਉਣ ਦੇ ਲਈ ਇਸਤੇਮਾਲ ਕਰਦੇ ਹਾਂ। ਮੁੱਖ ਤੌਰ 'ਤੇ ਜਿਹੜੀਆਂ ਸਾਨੂੰ ਕੱਚੀ ਸਮੱਗਰੀ ਆ ਉਹ ਦੋ ਸੋਮਿਆਂ ਤੋਂ ਹੀ ਪ੍ਰਾਪਤ ਹੁੰਦੀ ਹੈ। ਇੱਥੇ ਤੁਸੀਂ ਦੇਖ ਵੀ ਸਕਦੇ ਆ, ਭੋਜਨ ਦੇ ਜਿਹੜੇ ਮੁੱਖ ਸੋਮੇ, ਮੇਨ ਸੋਰਸਿਸ ਆਫ ਫੂਡ ਆ, ਜਾਂ ਜਿੱਥੋਂ ਸਾਨੂੰ ਕੱਚੀ ਸਮੱਗਰੀ ਮਿਲਦੀ ਆ, ਉਹ ਦੋ ਨੇ। ਇੱਕ ਨੇ ਪਲਾਂਟਸ, ਦੂਜੇ ਨੇ ਐਨੀਮਲਸ। ਪਲਾਂਟਸ ਮਤਲਬ ਪੌਦਿਆਂ ਤੋਂ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ, ਮਸਾਲੇ, ਫਲ, ਕਣਕ, ਚਾਵਲ ਆਦਿ ਫਸਲਾਂ ਪ੍ਰਾਪਤ ਹੁੰਦੀਆਂ। ਇੱਥੇ ਤੁਸੀਂ ਦੇਖ ਵੀ ਸਕਦੇ ਆ ਵੱਖ-ਵੱਖ ਪ੍ਰਕਾਰ ਦੇ ਮਸਾਲੇ, ਸਬਜ਼ੀਆਂ, ਜਾਂ ਫਿਰ ਤੁਸੀਂ ਇੱਥੇ ਫੂਡ ਜਿਹੜਾ ਆ, ਮਤਲਬ ਫੂਡ ਦੇ ਰੂਪ ਦੇ ਵਿੱਚ ਅਸੀਂ ਇਹਨਾਂ ਨੂੰ ਖਾ ਸਕਦੇ ਹਾਂ। ਰॉ ਹੀ ਖਾ ਸਕਦੇ, ਕਿਉਂਕਿ ਫੂਡ ਮਤਲਬ ਜਿਹੜੇ ਫਲ ਹੁੰਦੇ ਆ ਜਾਂ ਕਈ ਕੱਚੀਆਂ ਸਬਜ਼ੀਆਂ ਹੁੰਦੀਆਂ, ਉਸਨੂੰ ਅਸੀਂ ਕੱਚਾ ਵੀ ਖਾ ਸਕਦੇ ਹਾਂ, ਉਹਨੂੰ ਪਕਾਉਣ ਦੀ ਕੋਈ ਜ਼ਰੂਰਤ ਹੀ ਨਹੀਂ। ਤਾਂ ਇਹ ਐਜ਼ ਅ ਫੂਡ ਹੀ ਸਾਨੂੰ ਮਿਲਦੇ ਵੇ ਪਲਾਂਟਸ ਤੋਂ। ਇਸ ਤੋਂ ਇਲਾਵਾ ਜਾਨਵਰਾਂ ਤੋਂ ਸਾਨੂੰ ਦੁੱਧ ਅਤੇ ਦੁੱਧ ਤੋਂ ਬਣੇ ਹੋਏ ਬਹੁਤ ਸਾਰੇ ਉਤਪਾਦ, ਜਿਵੇਂ ਕਿ ਦਹੀਂ ਹੋ ਗਿਆ, ਘਿਓ ਹੋ ਗਿਆ, ਮੱਖਣ, ਕਿਉਂਕਿ ਇਸ ਤਿੰਨੇ ਹੀ ਉਤਪਾਦ ਜਿਹੜੇ ਆ ਉਹ ਦੁੱਧ ਤੋਂ ਬਣੇ। ਲੱਸੀ ਵਗੈਰਾ ਇਹ ਸਾਰੇ ਦੁੱਧ ਤੋਂ ਹੀ, ਮਤਲਬ ਦਹੀਂ ਬਣਦਾ, ਫਿਰ ਘਿਓ, ਮੱਖਣ ਆਦਿ। ਇਸ ਤੋਂ ਇਲਾਵਾ ਸਾਨੂੰ ਜਾਨਵਰਾਂ ਤੋਂ ਸ਼ਹਿਦ ਵੀ ਮਿਲਦਾ ਹੈ, ਅੰਡੇ ਵੀ ਮਿਲਦੇ ਨੇ, ਮੀਟ ਵੀ ਮਿਲਦਾ। ਤਾਂ ਇਹ ਸਾਰਾ ਕੁਝ ਅਸੀਂ ਆਪਣੇ ਭੋਜਨ ਦੇ ਵਿੱਚ ਸ਼ਾਮਿਲ ਕਰਦੇ ਹਾਂ। ਤਾਂ ਮੁੱਖ ਸੋਮੇ ਜਿਹੜੇ ਆ, ਮੁੱਖ ਸੋਰਸਿਸ ਜਿਹੜੇ ਆ ਫੂਡ ਦੇ, ਉਹ ਦੋ ਨੇ। ਇੱਕ ਨੇ ਪੇੜ ਪੌਦੇ, ਦੂਜੇ ਨੇ ਜਾਨਵਰ। ਮੈਨੂੰ ਉਮੀਦ ਆ ਬੱਚੇ ਤੁਹਾਨੂੰ ਇਹ ਸਾਰਾ ਸਮਝ ਲੱਗ ਗਈ ਹੋਗੀ ਕਿ ਜਿਹੜਾ ਅਸੀਂ ਇਨਗਰੀਡੀਐਂਟਸ ਜਿਹੜੇ ਆ, ਸਾਡੀ ਜਿਹੜੀ ਕੱਚੀ ਸਮੱਗਰੀ ਆ ਭੋਜਨ ਨੂੰ ਬਣਾਉਣ ਦੇ ਲਈ ਜਿਹੜੀ ਸਾਨੂੰ ਚੀਜ਼ ਚਾਹੀਦੀ ਆ, ਉਹ ਇਹਨਾਂ ਦੋਵਾਂ ਤੋਂ ਹੀ ਪ੍ਰਾਪਤ ਅਸੀਂ ਕਰਦੇ ਹਾਂ, ਪੇੜ ਪੌਦਿਆਂ ਤੋਂ ਜਾਂ ਜਾਨਵਰਾਂ ਤੋਂ। ਅੱਗੇ ਅਸੀਂ ਦੇਖਦੇ ਹਾਂ ਕਿ ਕਿਹੜੇ ਜਿਹੜੇ ਇਹ 'ਚ ਵੈਸੇ ਹੈਗਾ ਪਾਰਟਸ ਆਫ ਫਲਾਵਰ, ਮਤਲਬ ਪੌਦੇ ਦੇ ਭਾਗ।
ਪੌਦੇ ਦੇ ਬੇਸਿਕਲੀ ਬੱਚਿਓ ਅਸੀਂ ਪੌਦੇ ਨੂੰ 5 ਭਾਗਾਂ 'ਚ ਵੰਡਿਆ ਹੋਇਆ, ਜੜ੍ਹਾਂ, ਤਣਾ, ਪੱਤੇ, ਕਲੀ ਤੇ ਫੁੱਲ। ਜੜ੍ਹਾਂ ਜਿਹੜੀਆਂ ਹੁੰਦੀਆਂ ਉਹ ਜ਼ਮੀਨ ਦੇ ਥੱਲੇ ਪਾਣੀ ਨੂੰ ਸੋਖਣ ਦਾ ਕੰਮ ਕਰਦੀਆਂ। ਤਣਾ ਜਿਹੜਾ ਆ ਉਹ ਇੱਕ ਸਪੋਰਟ ਦਿੰਦਾ ਹੈ ਪੂਰੇ ਫਲਾਰ ਨੂੰ, ਠੀਕ ਹੈ, ਥੱਲੋਂ ਦੀ ਪਾਣੀ ਉੱਪਰ ਤੱਕ ਲੈ ਕੇ ਜਾਂਦਾ ਹੈ, ਭੋਜਨ ਉੱਪਰੋਂ ਦੀ ਥੱਲੇ ਤੱਕ ਲੈ ਕੇ ਆਉਂਦਾ। ਪੱਤੇ ਹੈਗੇ ਆ, ਇਹਦੇ ਵਿੱਚ ਹਰੇ ਰੰਗ ਦਾ ਕਲੋਰੋਫਿਲ ਸਬਸਟਾਂਸ ਹੁੰਦਾ ਜਿਹਦੇ ਕਰਕੇ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਹੁੰਦੀ ਹੈ, ਇਹਦੇ ਬਾਰੇ ਵੀ ਅੱਗੇ ਆਪਾਂ ਚਰਚਾ ਕਰਾਂਗੇ। ਕਲੀ ਹੀ ਗਾਂਹ ਜਾ ਕੇ ਫੁੱਲ ਬਣ ਜਾਂਦੀ ਆ, ਫੁੱਲ ਫਿਰ ਫਰਦਰ ਫਲ ਬਣ ਜਾਂਦੇ ਆ। ਹੁਣ ਜਿਹੜਾ ਅਸੀਂ ਕੱਚੀ ਸਮੱਗਰੀ ਪ੍ਰਾਪਤ ਕਰਦੇ ਹਾਂ ਪੇੜ ਪੌਦਿਆਂ ਤੋਂ, ਐਕਚੁਅਲੀ ਦੇ ਵਿੱਚ ਅਸੀਂ ਉਹ ਇੰਨਾ ਹੀ 5 ਭਾਗਾਂ ਦੇ ਵਿੱਚੋਂ ਪ੍ਰਾਪਤ ਕਰੀ ਦੀ। ਜਿਹੜਾ ਤਾਂ ਹਿੱਸਾ ਪੌਦੇ ਦਾ ਧਰਤੀ ਤੋਂ ਉੱਪਰ ਹੈਗਾ, ਮਤਲਬ ਧਰਤੀ ਤੋਂ ਬਾਹਰ ਹੈਗਾ, ਉਸ ਨੂੰ ਅਸੀਂ ਸ਼ੂਟ ਸਿਸਟਮ ਬੋਲ ਦਈਦਾ। ਸਟੈਮ ਵਾਲਾ ਜਿਹੜਾ ਪੋਰਸ਼ਨ ਹੈਗਾ ਉਹ 'ਚ ਫਲਾਰ ਆ ਜਾਣਗੇ, ਲੀਫ ਆ ਜਾਣਗੇ, ਫਰੂਟਸ ਆ ਜਾਣਗੇ ਜਾਂ ਸਟੈਮ ਆ ਜਾਏਗਾ। ਤੇ ਦੇਖੋ ਸਟੈਮ ਸਪੋਰਟ ਕਰਦਾ ਪਿਆ ਪਲਾਂਟ ਨੂੰ, ਫਰੂਟ ਪ੍ਰੋਟੈਕਟ ਦਾ ਸੀਡ, ਪਰਫਾਰਮ ਫੋਟੋਸਿੰਥੇਸਿਸ, ਲੀਫ ਜਿਹੜੇ ਆ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਕਰਦੇ ਆ, ਫਲਾਰ ਜਿਹੜਾ ਹੈਲਪਸ ਇਨ ਰੀਪਰੋਡਕਸ਼ਨ, ਫਲਾਰ ਦਾ ਹੀ ਫਰਦਰ ਫਿਰ ਜਾ ਕੇ ਫਰੂਟ ਬਣ ਜਾਂਦਾ। ਥੱਲੇ ਜੜ੍ਹਾਂ ਐਬਜ਼ੋਰਬ ਕਰਦੀਆਂ ਆ, ਪਾਣੀ ਦਾ ਸੋਖਣ ਕਰਦੀਆਂ ਤੇ ਮਿਨਰਲਸ ਵਗੈਰਾ ਦਾ ਵੀ ਸੋਖਣ ਕਰਦੀਆਂ। ਤਾਂ ਅਸੀਂ ਜਿਹੜਾ ਆਪਣੇ ਭੋਜਨ ਦੇ ਲਈ ਜਿਹੜੀ ਕੱਚੀ ਸਮੱਗਰੀਆਂ ਪੌਦੇ ਦੇ ਇਹਨਾਂ ਹੀ 5 ਭਾਗਾਂ ਤੋਂ ਹੀ ਪ੍ਰਾਪਤ ਕਰਦੇ ਹਾਂ। ਮਤਲਬ ਜਿਹੜੀ ਅਸੀਂ ਪਿੱਛੇ ਗੱਲ ਕੀਤੀ ਸੀ ਕੱਚੀ ਸਮੱਗਰੀ ਜਿਹੜੀਆਂ ਅਸੀਂ ਪੇੜ ਪੌਦਿਆਂ ਤੋਂ ਪ੍ਰਾਪਤ ਕਰਦੇ, ਜਿਵੇਂ ਕਿ ਮਸਾਲੇ ਹੋ ਗਏ, ਦਾਲਾਂ ਹੋ ਗਈਆਂ, ਕੱਚੀ ਦਾਲ ਜਿੱਦਾਂ, ਅਤੇ ਇੱਦਾਂ ਹੀ ਅਲੱਗ-ਅਲੱਗ ਪ੍ਰਕਾਰ ਦੀ ਜਿਹੜੀਆਂ ਸਬਜ਼ੀਆਂ ਹੋ ਗਈਆਂ, ਉਹ ਐਕਚੁਅਲੀ ਪੌਦੇ ਦੇ ਹੀ 5 ਭਾਗ ਦੇ ਵਿੱਚੋਂ ਕੋਈ ਇੱਕ ਭਾਗ ਹੋਵੇਗਾ। ਅਸੀਂ ਬੇਸਿਕਲੀ ਪੌਦੇ ਦੇ ਆਹੀ ਭਾਗਾਂ ਤੋਂ ਆਪਣਾ ਜਿਹੜਾ ਆ ਫੂਡ ਜਿਹੜਾ ਉਹ ਪ੍ਰਾਪਤ ਕਰੀਦਾ। ਜਿਵੇਂ ਕਿ ਅਲੱਗ-ਅਲੱਗ ਪੌਦਿਆਂ ਦੇ ਵੱਖ-ਵੱਖ ਭਾਗਾਂ ਨੂੰ ਅਸੀਂ ਭੋਜਨ ਦੇ ਰੂਪ ਵਜੋਂ ਖਾਂਦੇ ਹਾਂ, ਜਿਵੇਂ ਕਿ ਜੜ੍ਹ ਹੋ ਗਈ, ਇਹ ਤੁਸੀਂ ਜਿਹੜੀਆਂ ਉਦਾਹਰਨਾਂ ਹੁਣ ਦੇਖਦੇ ਪਏ ਆ, ਬੀਟਰੂਟ, ਰੈਡਿਸ਼, ਕੈਰਟ, ਟਰਨਿਪ। ਬੀਟਰੂਟ ਮਤਲਬ ਚਕੁੰਦਰ ਜਿਹਨੂੰ ਅਸੀਂ ਕਹਿੰਦੇ ਆ, ਰੈਡਿਸ਼ ਹੋ ਗਈ, ਮੂਲੀ, ਕੈਰਟ, ਗਾਜਰ, ਟਰਨਿਪ, ਸ਼ਲਗਮ ਵਗੈਰਾ। ਇਹ ਐਕਚੁਅਲ ਦੇ ਵਿੱਚ ਜੇਕਰ ਤੁਸੀਂ ਗਾਜਰ ਖਾਂਦੇ ਪਏ ਆ ਤਾਂ ਮੈਂ ਕਹੂੰਗਾ ਕਿ ਤੁਸੀਂ ਉਸ ਪੌਦੇ ਦੀ ਜੜ੍ਹ ਖਾਂਦੇ ਪਏ। ਸਿਮੀਲਰਲੀ ਜੇਕਰ ਤੁਸੀਂ ਗੰਨਾ, ਹਲਦੀ, ਪਿਆਜ਼, ਲਸਣ, ਆਲੂ, ਅਦਰਕ ਵਗੈਰਾ ਖਾਂਦੇ ਆ ਤਾਂ ਮੈਂ ਕਹੂੰਗਾ ਤੁਸੀਂ ਉਸ ਪੌਦੇ ਦਾ ਤਣਾ ਖਾਂਦੇ ਪਏ। ਤਾਂ ਇੱਥੇ ਇਹ ਡਿਫਰੈਂਸ ਤੁਹਾਨੂੰ ਪਤਾ ਚੱਲ ਗਿਆ ਕਿ ਕੁਝ ਪੌਦਿਆਂ ਦੇ ਅਸੀਂ ਜੜ੍ਹਾਂ ਖਾਂਦੇ ਹਾਂ, ਕੁਝ ਪੌਦਿਆਂ ਦੇ ਅਸੀਂ ਤਣਾ ਖਾਂਦੇ ਹਾਂ, ਕੁਝ ਪੌਦਿਆਂ ਦੇ ਅਸੀਂ ਪੱਤੇ ਖਾਂਦੇ ਹਾਂ, ਕੁਝ ਪੌਦਿਆਂ ਦੇ ਅਸੀਂ ਬੀਜ ਖਾਂਦੇ ਹਾਂ। ਤਾਂ ਇਹ ਅਸੀਂ ਅੱਗੇ ਵੀ ਦੇਖਾਂਗੇ। ਕੁਝ ਪੌਦਿਆਂ ਦੇ ਅਸੀਂ ਸਿਰਫ ਫੁੱਲ ਖਾਂਦੇ ਹਾਂ। ਅੱਗੇ ਅਗਰ ਅਸੀਂ ਗੱਲ ਕਰੀਏ, ਅੱਗੇ ਸਾਡੇ ਕੋਲ ਹੈਗਾ ਆ ਕਿ ਫੁੱਲ ਅਸੀਂ ਕਿਹੜੇ ਪੱਤਿਆਂ ਦੇ ਖਾਂਦੇ ਹੈਗੇ, ਤਾਂ ਫੁੱਲ ਗੋਭੀ, ਕੌਲੀਫਲਾਵਰ ਜਾਂ ਬਰੋਕਲੀ, ਇਹ ਕਿਸੇ ਪੌਦੇ ਦੇ ਫੁੱਲ ਨੇ, ਅਸੀਂ ਫੁੱਲ ਖਾਂਦੇ ਹਾਂ, ਤਾਂ ਹੀ ਕਰਕੇ ਉਹਦਾ ਨਾਂ ਕੌਲੀਫਲਾਵਰ ਦਾ ਫੁੱਲ ਗੋਭੀ ਰੱਖਿਆ ਗਿਆ। ਪੱਤੇ ਪਾਲਕ ਦੇ ਪੱਤੇ ਹੁੰਦੇ ਆ, ਧਨੀਆ, ਬੰਦ ਗੋਭੀ ਦੇ ਪੱਤੇ ਹੁੰਦੇ, ਪੁਦੀਨੇ ਦੇ ਪੱਤੇ, ਚਾਹ ਪੱਤੀ, ਸਰੋਂ ਦਾ ਸਾਗ, ਇਹ ਸਾਰਾ ਅਸੀਂ ਜਿਹੜੇ ਪੱਤੇ ਆ ਉਹ ਆਪਣੇ ਭੋਜਨ ਦੇ ਵਿੱਚ ਸ਼ਾਮਿਲ ਕੀਤੇ ਹੋਏ ਆ। ਤੁਹਾਨੂੰ ਪਤਾ ਹੈ ਕਿ ਸਰੋਂ ਦੇ ਸਾਗ ਪੱਤਿਆਂ ਤੋਂ ਹੀ ਬਣਦਾ, ਤਾਂ ਉਹ ਅਸੀਂ ਪੱਤਿਆਂ ਨੂੰ ਆਪਣੇ ਭੋਜਨ ਦੇ ਵਿੱਚ ਸ਼ਾਮਿਲ ਕੀਤਾ ਹੋਇਆ। ਚਾਹ ਪੱਤੀ, ਉਹਨੂੰ ਪੱਤੀ ਇਸ ਕਰਕੇ ਹੀ ਬੋਲਦੇ ਕਿਉਂਕਿ ਉਹ ਟੀ ਦੇ ਲੀਵਸ ਤੋਂ ਹੀ ਜਿਹੜੀ ਚਾਹ ਆ ਉਹ ਤਿਆਰ ਕੀਤੀ ਜਾਂਦੀ। ਤਾਂ ਬੇਸਿਕਲੀ ਅਸੀਂ ਪੱਤੇ ਵੀ ਖਾਂਦੇ ਪਏ ਹਾਂ, ਅਸੀਂ ਫਲਾਰ ਵੀ ਖਾ ਲਏ, ਪਿੱਛੇ ਆਪਾਂ ਦੇਖ ਲਿਆ ਜੜ੍ਹਾਂ, ਸਟੈਮ। ਤਾਂ ਅਲੱਗ-ਅਲੱਗ ਪੌਦਿਆਂ ਦੇ ਅਲੱਗ-ਅਲੱਗ ਭਾਗਾਂ ਨੂੰ ਅਸੀਂ ਭੋਜਨ ਵਜੋਂ ਇਸਤੇਮਾਲ ਕਰਦੇ ਹਾਂ, ਪਰ ਸਾਨੂੰ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਕਿ ਪੌਦੇ ਦਾ ਕਿਹੜਾ ਭਾਗ ਅਸੀਂ ਖਾ ਸਕਦੇ ਹਾਂ ਅਤੇ ਕਿਹੜਾ ਭਾਗ ਅਸੀਂ ਨਹੀਂ ਖਾ ਸਕਦੇ। ਨੈਕਸਟ ਬੀਜ ਹੈਗੇ ਆ, ਕਈ ਪੌਦਿਆਂ ਦੇ ਅਸੀਂ ਬੀਜ ਖਾਂਦੇ ਹਾਂ, ਜਿਵੇਂ ਕਿ ਕਣਕ, ਚਾਵਲ, ਮੱਕੀ, ਦਾਲਾਂ, ਮਟਰ। ਸਰੋਂ ਦੇ ਬੀਜ ਦਾ ਤੇਲ ਅਸੀਂ ਬਣਾ ਕੇ ਉਸਨੂੰ ਫਰਦਰ ਆਪਣਾ ਫੂਡ ਜਿਹੜਾ ਆ ਉਹ ਕੁੱਕ ਕਰਦੇ ਹਾਂ। ਇੱਥੇ ਤੁਸੀਂ ਬੀਜ ਨੂੰ ਵੀ ਮਤਲਬ ਦਾਲਾਂ ਨੂੰ ਵੀ ਬਿਨਾਂ ਪਕਾਏ ਖਾ ਸਕਦੇ। ਕਿਵੇਂ ਕਿ ਦਾਲਾਂ ਨੂੰ ਰਾਤ ਨੂੰ ਭਗੋ ਲਓ ਅਤੇ ਉਹਦੇ ਵਿੱਚ ਉਸਨੂੰ ਗਿੱਲੇ ਕੱਪੜੇ ਦੇ ਵਿੱਚ ਰੱਖ ਲਓ ਅਤੇ ਤੁਸੀਂ ਇੱਦਾਂ ਪੁੰਗਰੇ ਹੋਏ ਬੀਜ ਦੇਖੋਗੇ। ਬੀਜ ਦੇ ਵਿੱਚੋਂ ਇੱਦਾਂ ਚਿੱਟੇ ਰੰਗ ਦੇ ਤੁਹਾਨੂੰ ਥਰੈਡ ਲਾਈਕ ਸਟਰਕਚਰ, ਧਾਗੇ ਵਰਗੀਆਂ ਸੰਰਚਨਾਵਾਂ ਨਜ਼ਰ ਆਉਣਗੀਆਂ। ਤਾਂ ਇਹਦਾ ਮਤਲਬ ਕੀ ਹੈ ਕਿ ਉਹ ਸੀਡ ਐਕਚੁਅਲ ਦੇ ਵਿੱਚ ਪੁੰਗਰ ਗਏ ਆ, ਉਹਦੇ ਵਿੱਚ ਪ੍ਰੋਟੀਨ ਦਾ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਬੱਚੋ। ਇਹ ਤੁਸੀਂ ਆਪਣੇ ਬ੍ਰੇਕਫਾਸਟ ਦੇ ਵਿੱਚ ਖਾ ਸਕਦੇ ਆ, ਜਿਹਦੇ ਨਾਲ ਤੁਹਾਡੀ ਸਿਹਤ ਜਿਹੜੀ ਆ ਉਹ ਜ਼ਿਆਦਾ ਬੈਟਰ ਹੋ ਜਾਏਗੀ। ਰਾਈਸ, ਵੀਟ, ਇਹ ਵੀ ਜਿਹੜੇ ਹੈਗੇ ਆ, ਕਣਕ ਹੋ ਗਈ, ਵੀਟ ਹੋ ਗਈ, ਇਹ ਵੀ ਦਾਣੇ, ਜਿਨ੍ਹਾਂ ਨੂੰ ਆਪਾਂ ਦਾਣੇ ਕਹਿੰਦੇ ਨਾ, ਉਹ ਐਕਚੁਅਲ ਦੇ ਵਿੱਚ ਸੀਡ ਨੇ, ਬੀਜ ਨੇ ਕਿਸੇ ਪੌਦੇ ਦੇ। ਤਾਂ ਅਸੀਂ ਬੀਜ ਵੀ ਖਾਂਦੇ ਹਾਂ ਬੱਚਿਓ ਆਪਣੇ ਭੋਜਨ ਦੇ ਵਿੱਚ, ਜੜ੍ਹਾਂ ਵੀ ਖਾਂਦੇ। ਜੜ੍ਹਾਂ ਦੇ ਵਿੱਚ ਤੁਸੀਂ ਸ਼ਲਗਮ ਦੀ ਉਦਾਹਰਨ ਦੇਖ ਲਈ, ਕੈਰਟ ਦੀ ਦੇਖ ਲਈ, ਰੈਡਿਸ਼ ਦੀ ਦੇਖ ਲਈ। ਲੀਫ ਵੀ ਖਾਂਦੇ ਹਾਂ, ਜਿੱਦਾਂ ਕਿ ਸਰੋਂ ਦੇ ਪੱਤੇ। ਬੀਜ ਦੀ ਤਾਂ ਹੁਣ ਤੁਸੀਂ ਦੇਖਦੇ ਪਏ, ਸਰੋਂ ਦੇ ਬੀਜਾਂ ਤੋਂ ਹੀ ਅਸੀਂ ਤੇਲ ਬਣਾ ਕੇ ਵੀ ਖਾਂਦੇ ਹੈਗੇ ਹਾਂ। ਤਾਂ ਇਹ ਕੁਝ ਉਦਾਹਰਨਾਂ ਸੀਗੀਆਂ ਕਿ ਅਸੀਂ ਪੌਦੇ ਦੇ ਕਿਹੜੇ-ਕਿਹੜੇ ਭਾਗਾਂ ਨੂੰ ਖਾ ਲੈਂਦੇ ਹਾਂ। ਦੂਜਾ ਕਿ ਅਸੀਂ ਹਰ ਤਰ੍ਹਾਂ ਦੇ ਪੌਦੇ ਨੂੰ ਖਾ ਸਕਦੇ ਹਾਂ, ਤਾਂ ਨਹੀਂ, ਅਸੀਂ ਹਰ ਤਰ੍ਹਾਂ ਦੇ ਪੌਦਿਆਂ ਨੂੰ ਬਿਲਕੁਲ ਨਹੀਂ ਖਾ ਸਕਦੇ, ਕਿਉਂਕਿ ਕਈ ਪੌਦੇ ਜਿਹੜੇ ਹੁੰਦੇ ਆ ਬੱਚਿਓ ਉਹ
ਜ਼ਹਿਰੀਲੇ ਵੀ ਹੋ ਸਕਦੇ ਆ, ਅਤੇ ਜੇਕਰ ਅਸੀਂ ਜ਼ਹਿਰੀਲੇ ਪੌਦੇ ਖਾ ਲਏ ਤਾਂ ਸਾਡੀ ਸਿਹਤ 'ਤੇ ਜਿਹੜਾ ਉਹ ਮਾੜਾ ਅਸਰ ਪੈ ਸਕਦਾ। ਨੈਕਸਟ, ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲਾ ਭੋਜਨ। ਹੁਣ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਕੱਚੀ ਸਮੱਗਰੀ ਦੋਨਾਂ ਤੋਂ ਪ੍ਰਾਪਤ ਕਰੀਦੀ ਹੈ, ਜਾਨਵਰਾਂ ਤੋਂ ਵੀ ਅਤੇ ਪਲਾਂਟਸ ਤੋਂ ਵੀ। ਪਲਾਂਟਸ ਤੋਂ ਕੱਚੀ ਸਮੱਗਰੀ ਆਪਾਂ ਉਹਦੇ 5 ਭਾਗਾਂ ਤੋਂ ਪ੍ਰਾਪਤ ਕਰ ਲਈ, ਜੜ੍ਹਾਂ, ਤਣਾ, ਪੱਤੇ, ਫੁੱਲ, ਕਲੀ ਵਗੈਰਾ, ਜਾਂ ਫਿਰ ਤਣਾ ਵਗੈਰਾ ਤੋਂ ਅਸੀਂ ਪ੍ਰਾਪਤ ਕਰ ਲਈ। ਹੁਣ ਐਨੀਮਲਸ ਤੋਂ ਆਪਾਂ ਫੂਡ ਕਿੱਥੋਂ ਪ੍ਰਾਪਤ ਕਰਦੇ ਹਾਂ, ਤਾਂ ਤੁਹਾਨੂੰ ਪਤਾ ਕਿ ਵੱਖ-ਵੱਖ ਤਰ੍ਹਾਂ ਦੇ ਐਨੀਮਲਸ ਜਾਂ ਮਿਲਚ ਐਨੀਮਲ ਜਿਹਨੂੰ ਆਪਾਂ ਕਹਿੰਦੇ, ਜਿਹੜੇ ਸਾਨੂੰ ਮਿਲਕ ਦਿੰਦੇ ਆ, ਜਿਵੇਂ ਕਿ ਕਾਓ ਹੋ ਗਈ, ਬਫੈਲੋ ਹੋ ਗਿਆ, ਬੱਕਰੀ ਹੋ ਗਈ, ਭੇਡ ਹੋ ਗਈ, ਇਹਨਾਂ ਤੋਂ ਸਾਨੂੰ ਕੀ ਆ, ਦੁੱਧ ਮਿਲਦਾ। ਦੂਜੇ ਪਾਸੇ ਜਿੱਦਾਂ ਹੈਨ ਹੋ ਗਿਆ, ਉਹਦੇ ਤੋਂ ਸਾਨੂੰ ਐਗ ਵਗੈਰਾ ਮਿਲ ਜਾਂਦੇ ਆ, ਅਤੇ ਉਸ ਤੋਂ ਹੀ ਮੀਟ ਵਗੈਰਾ, ਗੋਟ ਦਾ ਮੀਟ ਵੀ ਕਈ ਬੰਦੇ ਖਾਂਦੇ ਆ। ਤਾਂ ਮੀਟ ਵਗੈਰਾ ਹੋ ਗਿਆ, ਅੰਡੇ ਵਗੈਰਾ ਹੋ ਗਏ, ਇਹ ਸਾਨੂੰ ਜਾਨਵਰਾਂ ਤੋਂ, ਜਾਂ ਦੁੱਧ ਵਗੈਰਾ ਹੋ ਗਏ, ਜਾਨਵਰਾਂ ਤੋਂ ਪ੍ਰਾਪਤ ਹੁੰਦਾ, ਅਤੇ ਉਹਨਾਂ ਨੂੰ ਅਸੀਂ ਆਪਣੇ ਫੂਡ ਦੇ ਵਿੱਚ, ਆਪਣੇ ਭੋਜਨ ਦੇ ਵਿੱਚ ਇਸਤੇਮਾਲ ਕਰਦੇ ਹਾਂ। ਇਸ ਤੋਂ ਇਲਾਵਾ ਹੋਰ ਜਾਨਵਰਾਂ ਤੋਂ ਸਾਨੂੰ ਭੋਜਨ ਕੀ ਪ੍ਰਾਪਤ ਹੁੰਦਾ, ਜਿਵੇਂ ਕਿ ਸ਼ਹਿਦ। ਮਧੂਮੱਖੀਆਂ ਬੱਚੇ ਤੁਸੀਂ ਸਾਰਿਆਂ ਨੇ ਦੇਖੀਆਂ ਹੋਣਗੀਆਂ, ਇਹ ਬਹਾਰ ਦੇ ਮੌਸਮ ਦੇ ਵਿੱਚ, ਕਿਉਂਕਿ ਫੁੱਲ ਖਿੜਦੇ ਨੇ, ਉਦੋਂ ਇਹ ਫੁੱਲਾਂ ਦਾ ਰਸ ਨਿਚੋੜ ਕੇ, ਮਤਲਬ ਸਕ ਕਰਕੇ, ਆਪਣੇ ਛੱਤੇ ਤੱਕ ਉਹ ਰਸ ਨੂੰ ਲਿਜਾ ਕੇ ਇਕੱਠਾ ਕਰਕੇ, ਉਹਦੇ ਵਿੱਚ ਆਪਣੇ ਡਾਈਜੈਸਟਿਵ ਐਂਜ਼ਾਈਮਸ ਮਿਲਾ ਕੇ ਉਹਦਾ ਸ਼ਹਿਦ ਬਣਾ ਦਿੰਦੀਆਂ, ਉਹਨੂੰ ਸ਼ਹਿਦ ਤਿਆਰ ਕਰਦੀਆਂ। ਪੂਰਾ ਸਾਲ ਮੱਖੀਆਂ ਇਹ ਕੰਮ, ਮਤਲਬ ਪੂਰਾ ਸਾਲ ਜਿਹੜਾ ਵਾ ਉਹ ਇਹ ਸਟੋਰ ਰਹਿੰਦਾ ਸ਼ਹਿਦ ਉਹਨਾਂ ਦਾ, ਤਾਂ ਕਿ ਉਹ, ਕਿਉਂਕਿ ਜਿਹੜਾ ਫੁੱਲ ਆ ਉਹ ਸਿਰਫ ਇੱਕ ਸੀਜ਼ਨ ਦੇ ਵਿੱਚ ਖਿੜਨਾ ਆ, ਉਹ ਬਹਾਰ ਦੇ ਮੌਸਮ 'ਚ ਹੀ ਖਿੜਨਾ, ਪਰ ਇਹਨਾਂ ਨੂੰ ਤਾਂ ਭੋਜਨ ਆਪਣਾ ਚਾਹੀਦਾ ਹੈ। ਤਾਂ ਪੂਰੇ ਸਾਲ ਦੇ ਲਈ ਜਿਹੜਾ ਹਨੀ ਆ, ਜਿਹੜਾ ਸ਼ਹਿਦ ਆ, ਉਹਨੂੰ ਇਹਨਾਂ ਨੇ ਸਟੋਰ ਕਰਕੇ ਰੱਖ ਲੈਂਦੇ ਆਪਣੇ ਛੱਤੇ ਦੇ ਵਿੱਚ, ਤਾਂ ਪੂਰੇ ਸਾਲ ਇਹਦਾ ਇਸਤੇਮਾਲ ਕਰਦੇ ਹਾਂ। ਅਸੀਂ ਮਧੂਮੱਖੀਆਂ ਨੂੰ ਪਾਲਦੇ ਹਾਂ, ਠੀਕ ਹੈ, ਤਾਂ ਕਿ ਉਹਨਾਂ ਤੋਂ ਸ਼ਹਿਦ ਪ੍ਰਾਪਤ ਕੀਤਾ ਜਾ ਸਕੇ। ਨੈਕਸਟ ਹੈਗਾ ਹੁਣ ਜਾਨਵਰ ਕੀ ਖਾਂਦੇ ਆ। ਇਹ ਤਾਂ ਹੁਣ ਅਸੀਂ ਦੇਖ ਲਿਆ ਕਿ ਅਸੀਂ ਜਿਹੜਾ ਆ ਆਪਣੇ ਭੋਜਨ ਦੇ ਲਈ ਮੁੱਖ 2 ਸੋਮਿਆਂ ਦੇ ਉੱਤੇ ਨਿਰਭਰ ਕਰਦੇ ਹਾਂ, ਇੱਕ ਨੇ ਪੌਦੇ, ਇੱਕ ਨੇ ਜਾਨਵਰ। ਹੁਣ ਜਾਨਵਰ ਕੀ ਖਾਂਦੇ? ਪੌਦੇ ਤਾਂ ਆਪਣਾ ਪ੍ਰਕਾਸ਼ ਸੰਸਲੇਸ਼ਨ ਦਾ ਭੋਜਨ ਬਣਾ ਲੈਂਦੇ ਆ, ਜਾਨਵਰ ਆਪਣਾ ਭੋਜਨ ਕਿੱਥੋਂ ਪ੍ਰਾਪਤ ਕਰਦੇ? ਤਾਂ ਜਾਨਵਰਾਂ ਨੂੰ ਅਸੀਂ 3 ਕੈਟਾਗਰੀਜ਼ ਦੇ ਵਿੱਚ ਬੱਚਿਓ ਵੰਡਿਆ ਹੋਇਆ। ਕੁਝ ਜਾਨਵਰ ਜਿਵੇਂ ਕਿ ਗਾਂ, ਮੱਝ, ਬੱਕਰੀ, ਹਿਰਨ, ਘੋੜਾ, ਹਾਥੀ ਆਦਿ ਘਾਹ, ਤੂੜੀ ਜਾਂ ਅਨਾਜ ਜਾਂ ਪੇੜ ਪੌਦੇ ਦੇ ਪੱਤੇ ਭੋਜਨ ਵਜੋਂ ਖਾਂਦੇ ਹਨ, ਮਤਲਬ ਵੈਜੀਟੇਰੀਅਨ ਇਹ ਬੰਦੇ ਨੇ, ਮਤਲਬ ਇਹ ਜਾਨਵਰ ਨੇ। ਅਤੇ ਇਹ ਸਿਰਫ ਅਤੇ ਸਿਰਫ ਵੈਜੀ ਫੂਡ ਖਾਂਦੇ। ਵੈਜੀ ਮਤਲਬ ਕਿ ਸਿਰਫ ਘਾਹ ਹੋ ਗਿਆ ਉਹ ਖਾਣਗੇ, ਜਾਂ ਤੂੜੀ ਹੋ ਗਈ, ਅਨਾਜ ਹੋ ਗਿਆ। ਤਾਂ ਉਹ ਜਾਨਵਰ ਕੇਵਲ ਘਾਹ, ਪੌਦਿਆਂ ਤੋਂ ਪ੍ਰਾਪਤ ਉਤਪਾਦ ਨੂੰ ਖਾਣ, ਉਹਨਾਂ ਨੂੰ ਅਸੀਂ ਬੱਚਿਓ ਸ਼ਾਕਾਹਾਰੀ ਜਾਂ ਹਰਬੀਵੋਰ ਜੀਵ ਕਹਿੰਦੇ। ਸ਼ਾਕਾ ਤੋਂ ਯਾਦ ਰੱਖ ਲੈਣਾ ਬੱਚਿਓ, ਸ਼ਾਖਾ ਮਤਲਬ ਬ੍ਰਾਂਚ, ਜਿਹੜੇ ਬ੍ਰਾਂਚਿਸ ਉਹਨੂੰ ਅਸੀਂ ਸ਼ਾਕਾਹਾਰੀ ਬੋਲ ਦਿੰਦੇ। ਪਰ ਹਰਬੀ ਤੋਂ ਵੀ ਤੁਸੀਂ ਇੰਗਲਿਸ਼ ਵੇਲੇ ਯਾਦ ਰੱਖੋ, ਹਰਬਸ ਤੁਸੀਂ ਪੜ੍ਹੀਆਂ ਹੋਣੀਆਂ, ਜੜੀਆਂ ਬੂਟੀਆਂ। ਜਿਹੜੇ ਜਾਨਵਰ ਜੜੀਆਂ ਬੂਟੀਆਂ ਖਾਣ, ਉਸਨੂੰ ਅਸੀਂ ਹਰਬੀਵੋਰ ਜੀਵ ਜਿਹੜੇ ਆ ਉਹ ਕਹਿ ਦਿੰਦੇ। ਇਹਦੀ ਉਦਾਹਰਨ ਤੁਸੀਂ ਦੇਖ ਲਈਏ, ਗਾਂ, ਮੱਝ, ਬੱਕਰੀ, ਹਿਰਨ, ਘੋੜਾ, ਖੋਤਾ, ਹਾਥੀ ਆਦਿ ਇਹਦੀਆਂ ਉਦਾਹਰਨਾਂ ਹੋ ਗਈਆਂ ਹਰਬੀਵੋਰਸ ਜੀਵ ਦੀਆਂ। ਨੈਕਸਟ, ਦੂਸਰੇ ਤਰ੍ਹਾਂ ਦੇ ਜਾਨਵਰ ਸਾਡੇ ਕੋਲ ਹੈਗੇ ਨੇ ਸ਼ੇਰ, ਚੀਤਾ, ਜੋ ਕਿ ਦੂਜੇ ਜਾਨਵਰਾਂ ਨੂੰ, ਉਹਨਾਂ ਦਾ ਸ਼ਿਕਾਰ ਕਰਕੇ ਉਹਨਾਂ ਤੋਂ ਭੋਜਨ ਪ੍ਰਾਪਤ ਕਰਦੇ ਹਨ, ਉਹਨਾਂ ਦਾ ਮਾਂਸ ਵਗੈਰਾ ਖਾਂਦੇ ਹਨ। ਜਿਹੜੇ ਜਾਨਵਰ ਦੂਜਿਆਂ ਦਾ ਮਾਂਸ ਵਗੈਰਾ ਖਾਂਦੇ ਹਨ, ਉਹਨੂੰ ਮਾਸਾਹਾਰੀ ਜੀਵ ਬੋਲ ਦਈਦਾ। ਤੀਜੇ ਤਰ੍ਹਾਂ ਦੇ ਜਾਨਵਰ ਵੀ ਹੈਗੇ ਨੇ ਜਿਹੜੇ ਕਿ ਦੋਨੋਂ ਤਰ੍ਹਾਂ ਦਾ ਭੋਜਨ ਖਾ ਲੈਂਦੇ ਆ, ਵੈਜੀਟੇਰੀਅਨ ਵੀ, ਨੋਨ ਵੈਜੀਟੇਰੀਅਨ ਵੀ, ਮਤਲਬ ਕਿ ਦੂਜੇ ਜਾਨਵਰਾਂ ਦਾ ਮਾਂਸ ਵੀ ਖਾ ਲੈਂਦੇ ਆ ਅਤੇ ਪੇੜ ਪੌਦਿਆਂ ਨੂੰ ਵੀ ਖਾ ਲੈਂਦੇ ਆ, ਜਿਵੇਂ ਕਿ ਭਾਲੂ ਹੋ ਗਿਆ, ਕੁੱਤਾ ਹੋ ਗਿਆ, ਮਨੁੱਖ ਹੋ ਗਿਆ, ਬਿੱਲੀ ਹੋ ਗਈ ਆਦਿ। ਤਾਂ ਅਜਿਹੇ ਜੀਵ ਜੋ ਪੌਦੇ ਅਤੇ ਜਾਨਵਰਾਂ ਦੋਵਾਂ ਨੂੰ ਭੋਜਨ ਦੇ ਰੂਪ ਵਿੱਚ ਖਾਂਦੇ ਆ, ਉਹਨਾਂ ਨੂੰ ਇਹ ਸਰਬ ਆਹਾਰੀ ਜੀਵ ਬੋਲਦੇ ਆ, ਕਿਉਂਕਿ ਇਹ ਦੋਨੋਂ ਤਰ੍ਹਾਂ ਦਾ ਫੂਡ ਜਿਹੜਾ ਉਹ ਖਾ ਸਕਦੇ। ਤਾਂ ਸਰਬ ਆਹਾਰੀ ਜੀਵ। ਤਾਂ ਜਾਨਵਰਾਂ ਨੂੰ ਉਹਨਾਂ ਦੀਆਂ ਭੋਜਨ ਦੀਆਂ ਆਦਤਾਂ 'ਚ ਅਸੀਂ 3 ਭਾਗਾਂ 'ਚ ਵੰਡ ਦਿੱਤਾ। ਹਰਬੀਵੋਰ, ਜਿਹੜੇ ਜਾਨਵਰ ਸਿਰਫ ਘਾਹ, ਪੇੜ ਪੌਦੇ ਵਗੈਰਾ ਖਾਣ, ਉਹਨਾਂ ਨੂੰ ਅਸੀਂ ਸ਼ਾਕਾਹਾਰੀ ਜਾਂ ਹਰਬੀਵੋਰ ਕਹਿ ਤਾ, ਜਿਵੇਂ ਕਿ ਇੱਥੇ ਘੋੜਾ ਤੁਹਾਨੂੰ ਦਿਖਾਇਆ ਗਿਆ। ਦੂਜੇ ਪਾਸੇ ਜਿਹੜਾ ਸਾਡੇ ਕੋਲ ਹੈਗਾ ਉਹ ਹੈਗੇ ਆ ਕਾਰਨੀਵੋਰਸ ਜਾਂ ਮਾਸਾਹਾਰੀ, ਜਿਹੜੇ ਦੂਜੇ ਜਾਨਵਰਾਂ ਦਾ ਮਾਂਸ ਖਾਣ, ਜਿਵੇਂ ਕਿ ਸ਼ੇਰ ਇਹ ਘਾਹ ਨਹੀਂ ਖਾਂਦਾ, ਇਹ ਮਾਂਸ ਖਾਂਦਾ, ਤਾਂ ਇਸ ਨੂੰ ਅਸੀਂ ਕਾਰਨੀਵੋਰ ਬੋਲਾਂਗੇ, ਮਾਸਾਹਾਰੀ ਬੋਲਾਂਗੇ। ਤੀਸਰੇ ਪਾਸੇ ਸਾਡੇ ਕੋਲ ਜਿਹੜੇ ਜੀਵ ਬਚਦੇ ਆ, ਉਹਨਾਂ ਦੀਆਂ ਭੋਜਨ ਦੀਆਂ ਆਦਤਾਂ ਤੇ ਉਹ ਹੈਗੇ ਸਰਬ ਆਹਾਰੀ, ਜਿਹੜੇ ਜੀਵਾਂ ਨੂੰ, ਮਤਲਬ ਪੌਦਿਆਂ ਨੂੰ ਵੀ ਖਾਣ ਅਤੇ ਜਾਨਵਰਾਂ ਨੂੰ ਵੀ ਖਾਣ ਅਤੇ ਉਹਨਾਂ ਦੇ ਉਤਪਾਦ ਵੀ ਖਾ ਜਾਣ, ਤਾਂ ਉਹਨਾਂ ਨੂੰ ਅਸੀਂ ਸਰਬ ਆਹਾਰੀ ਜੀਵ ਬੋਲਦੇ। ਸਰਬ ਆਹਾਰੀ ਮਤਲਬ ਜੋ ਸਭ ਕੁਝ ਖਾ ਜਾਣ, ਤਾਂ ਜਿਵੇਂ ਕਿ ਕੁੱਤਾ ਹੋ ਗਿਆ, ਮਨੁੱਖ ਹੋ ਗਿਆ, ਬਿੱਲੀ ਹੋ ਗਈ ਆਦਿ। ਫਿਰ ਬੱਚਿਓ ਲਾਸਟ ਵਿੱਚ ਅਸੀਂ ਪੜ੍ਹਿਆ ਸੀਗਾ ਕਿ ਸਾਡੇ ਸਾਰਿਆਂ ਲਈ ਫੂਡ ਜਿੰਨਾ ਅਵੇਲੇਬਲ ਆ ਉਹ ਭਰਪੂਰ ਮਾਤਰਾ 'ਚ ਆ। ਤਾਂ ਅਸੀਂ ਦੇਖਿਆ ਸੀਗਾ ਕਿ ਸਾਡੇ ਦੇਸ਼ ਦੇ ਵਿੱਚ ਫੂਡ ਦੀ ਬਹੁਤ ਜ਼ਿਆਦਾ ਸ਼ਾਰਟੇਜ ਆ ਬੱਚਿਓ, ਕਿੱਲਤ ਹੈਗੀ ਆ। ਅਵੋਇਡ ਸਾਨੂੰ ਕਰਨਾ ਚਾਹੀਦਾ ਵੇਸਟੇਜ ਆਫ ਫੂਡ ਨੂੰ, ਠੀਕ ਹੈ। ਸਾਨੂੰ ਮਤਲਬ ਫੂਡ ਨੂੰ ਵੇਸਟ ਨਹੀਂ ਕਰਨਾ ਚਾਹੀਦਾ, ਸਾਨੂੰ ਉਨਾ ਹੀ ਫੂਡ ਖਾਣਾ ਚਾਹੀਦਾ ਹੈ ਜਿੰਨਾ ਸਾਨੂੰ ਚਾਹੀਦਾ ਹੈ। ਬਾਕੀ ਫੂਡ ਜਿਹੜਾ ਆ ਉਹ ਜ਼ਿਆਦਾ ਤੋਂ ਜ਼ਿਆਦਾ ਬਚਾਉਣਾ ਚਾਹੀਦਾ ਸਾਨੂੰ,
ਵੱਡੇ ਵੱਡੇ ਅਨਾਜ ਘਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਹੈ, FCI ਦੇ ਬਹੁਤ ਵੱਡੇ ਵੱਡੇ ਹੁੰਦੇ ਨੇ, ਜਿਹਦੇ ਵਿੱਚ ਅਸੀਂ ਆਪਣੀਆਂ ਜਿਹੜੀਆਂ ਕਣਕ ਦੀਆਂ ਬੋਰੀਆਂ ਆ ਜਾਂ ਝੋਨੇ ਦੇ ਜਿਹੜੇ ਰਾਈਸ ਨੇ ਉਹਨਾਂ ਨੂੰ ਅਸੀਂ ਸਟੋਰ ਕਰਕੇ ਰੱਖਦੇ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਵਿੱਚ ਬਹੁਤ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਪੂਰਾ ਭੋਜਨ ਨਹੀਂ ਮਿਲਦਾ। ਸਾਨੂੰ ਅਜਿਹੇ ਢੰਗ ਲੱਭਣ ਦੀ ਲੋੜ ਹੈ ਜਿਨ੍ਹਾਂ ਨਾਲ ਦੇਸ਼ ਵਿੱਚ ਜ਼ਿਆਦਾ ਭੋਜਨ ਪੈਦਾ ਕੀਤਾ ਜਾ ਸਕੇ। ਇਹੀ ਕਾਫੀ ਨਹੀਂ, ਸਗੋਂ ਅਜਿਹੇ ਢੰਗ ਵੀ ਲੱਭਣੇ ਪੈਣਗੇ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਭੋਜਨ ਸਭ ਨੂੰ ਆਸਾਨੀ ਨਾਲ ਹਾਸਲ ਹੋ ਸਕੇ। ਤਾਂ ਬੱਚਿਓ, ਡੋਂਟ ਵੇਸਟ ਫੂਡ। ਹੁਣ ਬੱਚਿਓ ਅਸੀਂ ਦਵਾ ਕੁਐਸਚਨ ਆਨਸਰਸ ਦੇਖ ਲਈਏ, ਠੀਕ ਹੈ। ਹੁਣ ਮੈਂ ਪੂਰਾ ਚੈਪਟਰ ਤੁਹਾਨੂੰ ਸਮਰੀ ਦਿਖਾ ਦਿੱਤੀ ਕਿ ਇਹ ਸਾਰਾ ਕੁਝ ਅਸੀਂ ਪੜ੍ਹਿਆ ਸੀਗਾ। ਤਾਂ ਹੁਣ ਲੇਬਲ ਦਾ ਪਾਰਟਸ ਆਫ ਏ ਪਲਾਂਟ, ਇਹ ਤੁਸੀਂ ਜਾਣਦੇ ਵੀ ਹੋਵੋਗੇ, ਤੁਹਾਨੂੰ ਪਤਾ ਵੀ। ਅਸੀਂ ਉੱਪਰੋਂ ਦੀ ਸ਼ੁਰੂ ਹੋਣਾ ਬੱਚਿਓ। ਤਾਂ ਸਭ ਤੋਂ ਉੱਪਰ ਤੁਸੀਂ ਦੇਖ ਸਕਦੇ ਹੋ ਪੀਲੇ ਰੰਗ ਦੇ ਕੁਝ ਤੁਹਾਨੂੰ ਨਜ਼ਰ ਆ ਰਹੇ ਨਾ। ਪੀਲੇ ਰੰਗ ਦੇ ਕੀ ਨੇ ਮੈਨੂੰ ਪਤਾ ਤੁਹਾਨੂੰ ਆਉਂਦਾ ਹੋਏਗਾ ਬੱਚਿਓ ਇਹਦਾ ਆਨਸਰ। ਤਾਂ ਪੀਲੇ ਰੰਗ ਦੇ ਹੈਗੇ ਨੇ ਫਲਾਰ। ਹੁਣ ਉਸ ਤੋਂ ਥੱਲੇ ਆ ਜਾਓ ਤਾਂ ਇੱਧਰ ਹਰੇ ਰੰਗ ਦਾ ਕੋਈ ਚੀਜ਼ ਬਣਾਈ ਹੋਈ ਹੈ, ਉਹ ਤੁਸੀਂ ਦੱਸਣਾ। ਵਰਡ ਬਾਕਸ ਦੇ ਵਿੱਚੋਂ ਤੁਸੀਂ ਉਹਦੀ ਮਦਦ ਲੈ ਸਕਦੇ ਹੋ, ਤਾਂ ਤੁਸੀਂ ਦੱਸ ਸਕਦੇ ਹੋ। ਮੈਨੂੰ ਪਤਾ ਤੁਸੀਂ ਇਹਦਾ ਆਨਸਰ ਲੱਭ ਲਿਆ ਹੋਏਗਾ। ਇਹਦਾ ਆਨਸਰ ਹੈਗਾ ਬੱਚਿਓ ਲੀਫ। ਫਿਰ ਇੱਕ ਲਾਲ ਕਲਰ ਦਾ ਤੁਹਾਨੂੰ ਇੱਕ ਚੀਜ਼ ਦਿਖਾਈ ਗਈ ਹੈ, ਉਹ ਵੀ ਤੁਸੀਂ ਦੱਸੋ। ਬਾਕੀ ਜਿਹੜੇ ਸ਼ਬਦ ਰਹਿ ਗਏ, 3 ਸ਼ਬਦ ਰਹਿ ਗਏ ਨੇ, ਉਹਦੇ ਵਿੱਚੋਂ ਤੁਸੀਂ ਦੱਸ ਸਕਦੇ ਹੋ ਕੀ ਨੇ। ਬਿਲਕੁਲ ਠੀਕ ਬੱਚਿਓ, ਫਰੂਟ ਹੈ। ਫਿਰ ਇੱਕ ਜਿਹੜਾ ਸਪੋਰਟ ਕਰਦਾ ਪਿਆ ਪਲਾਂਟ ਨੂੰ, ਖੜ੍ਹੇ ਰਹਿਣ ਦੇ ਵਿੱਚ ਮਦਦ ਕਰਦਾ ਪਿਆ ਆਊਟਸਾਈਡ ਦਾ ਅਰਥ, ਉਹ ਚੀਜ਼ ਕੀ ਹੈ, ਉਸਨੂੰ ਅਸੀਂ ਕੀ ਬੋਲਦੇ ਹਾਂ ਬੱਚਿਓ? ਮੈਨੂੰ ਇਹਦਾ ਤੁਹਾਨੂੰ ਇਹਦਾ ਵੀ ਆਨਸਰ ਆਉਂਦਾ ਹੋਏਗਾ। ਸਟੈਮ ਬੋਲਦੇ ਹਾਂ, ਤਣਾ ਬੋਲਦੇ ਹਾਂ। ਅਤੇ ਥੱਲੇ ਜਿਹੜੀਆਂ ਉਹਦੀਆਂ ਇੱਕ ਸਟਰਕਚਰ ਹੁੰਦਾ, ਉਸਨੂੰ ਲਾਸਟ ਜਿਹੜੀ ਆਪਸ਼ਨ ਬਚਦੀ ਉਹਨੂੰ ਆਪਾਂ ਜੜਾ ਬੋਲਦੇ ਹਾਂ, ਰੂਟਸ ਬੋਲਦੇ ਹਾਂ ਬੱਚਿਓ। ਤਾਂ ਇੱਦਾਂ ਤੁਸੀਂ ਲੇਬਲ ਦਾ ਪਾਰਟਸ ਆਫ ਏ ਪਲਾਂਟ ਇੱਦਾਂ ਕਰ ਸਕਦੇ। ਤੁਹਾਨੂੰ ਮੈਨੂੰ ਉਮੀਦ ਹੈ ਤੁਹਾਨੂੰ ਇਹ ਸਮਝ ਲੱਗ ਗਈ ਹੋਏਗੀ। ਤਾਂ 5 ਭਾਗ ਨੇ, ਫਲਾਰ, ਫਰੂਟ, ਲੀਫ, ਸਟੈਮ ਐਂਡ ਰੂਟਸ। ਇਹੀ ਭਾਗ ਜਿਹੜੇ ਆ ਅਸੀਂ ਉਹ ਆਪਣੇ ਭੋਜਨ ਦੇ ਵਿੱਚ ਇਸਤੇਮਾਲ ਕਰਦੇ ਹਾਂ ਅਤੇ ਉਸ ਨੂੰ ਖਾਂਦੇ ਹੈਗੇ ਅਲੱਗ-ਅਲੱਗ ਪੌਦਿਆਂ ਦੇ। ਪਰ ਅੱਗੇ ਅਸੀਂ ਗੱਲ ਕੀਤੀ ਸੀ ਕਰਦੇ ਹਾਂ ਤਾਂ ਮੈਚਿੰਗਸ ਹੈਗੀਆਂ ਸਾਡੇ ਕੋਲ। ਤਾਂ ਇੱਥੇ ਤੁਸੀਂ ਮੈਚਿੰਗਸ ਦੇਖ ਸਕਦੇ ਹੋ। ਕਾਲਮ ਏ ਨੂੰ ਕਾਲਮ ਬੀ ਦੇ ਨਾਲ ਅਸੀਂ ਮੈਚ ਕਰਨਾ ਹੈ ਬੱਚਿਓ। ਤਾਂ ਮਿਲਕ, ਕਰਡ, ਪਨੀਰ, ਘੀ, ਇਹਦੇ ਵਿੱਚ ਤੁਸੀਂ ਦੇਖੋ ਇੱਧਰਲੇ ਪਾਸੇ ਕਾਲਮ ਬੀ ਦੇ ਵਿੱਚ ਦੇਖੋ ਕਿਹੜੀ ਆਪਸ਼ਨ ਢੁਕਵੀਂ ਆ। ਈਟ ਅਦਰ ਐਨੀਮਲਸ। ਹੁਣ ਮਿਲਕ ਦੂਜੇ ਜਾਨਵਰਾਂ ਨੂੰ ਖਾ ਥੋੜ੍ਹਾ ਨਾ ਸਕਦਾ। ਈਟ ਪਲਾਂਟਸ ਐਂਡ ਪਲਾਂਟ ਪ੍ਰੋਡਕਟ, ਮਤਲਬ ਇਹ ਪਲਾਂਟ ਅਤੇ ਪਲਾਂਟ ਪ੍ਰੋਡਕਟਸ ਨੂੰ ਖਾਂਦੇ ਆ? ਨਹੀਂ, ਇਹ ਤਾਂ ਨੋਨ ਲਿਵਿੰਗ ਥਿੰਗਸ ਆ ਨਾ। ਮਿਲਕ, ਕਰਡ, ਪਨੀਰ, ਘੀ ਆਰ ਵੈਜੀਟੇਬਲਸ? ਨਹੀਂ, ਇਹ ਵੀ ਨਹੀਂ। ਆਰ ਆਲ ਐਨੀਮਲ ਪ੍ਰੋਡਕਟਸ? ਇਹ ਸਾਰੇ ਜਾਨਵਰਾਂ ਦੇ ਉਤਪਾਦ ਹਨ। ਬਿਲਕੁਲ ਠੀਕ ਬੱਚਿਓ, ਇਹ ਚੌਥੀ ਹੀ ਆਪਸ਼ਨ ਇਹਦੇ ਲਈ ਢੁਕਵੀਂ ਬਣਦੀ ਹੈ। ਅੱਗੇ ਹੈਗਾ ਦੂਸਰਾ ਆਪਸ਼ਨ ਸਪਿਨਚ, ਕੌਲੀਫਲਾਵਰ ਅਤੇ ਕੈਰਟ। ਈਟ ਅਦਰ ਐਨੀਮਲਸ? ਨਹੀਂ, ਇਹ ਫਿਰ ਇਹ ਸਬਜ਼ੀਆਂ ਨੇ, ਇਹਨਾਂ ਨੇ ਦੂਜੇ ਜਾਨਵਰਾਂ ਨੂੰ ਥੋੜ੍ਹਾ ਨਾ ਖਾਣਾ। ਈਟ ਪਲਾਂਟਸ ਐਂਡ ਪਲਾਂਟ ਪ੍ਰੋਡਕਟ? ਕੀ ਇਹ ਪਲਾਂਟਸ ਅਤੇ ਪਲਾਂਟ ਪ੍ਰੋਡਕਟ ਨੂੰ ਖਾਂਦੇ? ਨਹੀਂ, ਇਹ ਕੀ ਨੇ? ਇਹ ਸਬਜ਼ੀਆਂ ਨੇ, ਮਤਲਬ ਦੇ ਆਰ ਵੈਜੀਟੇਬਲਸ। ਤਾਂ ਇਹਦੇ ਲਈ ਜਿਹੜੀ ਢੁਕਵੀਂ ਆਪਸ਼ਨ ਆ ਉਹ ਇਹ ਬਣਦੀ ਹੈ। ਲਾਇਨਸ ਐਂਡ ਟਾਈਗਰਸ ਈਟ ਅਦਰ ਐਨੀਮਲਸ? ਕੀ ਇਹ ਦੂਜੇ ਜਾਨਵਰਾਂ ਨੂੰ ਖਾਂਦੇ ਆ? ਬਿਲਕੁਲ ਠੀਕ ਬੱਚਿਓ, ਇਹਦੀ ਆਪਸ਼ਨ ਆਹੀ ਬਣ ਜਾਂਦੀ ਹੈ। ਤਾਂ ਲਾਇਨਸ ਐਂਡ ਟਾਈਗਰਸ ਈਟ ਅਦਰ ਐਨੀਮਲਸ, ਇਹ ਦੂਜੇ ਜਾਨਵਰਾਂ ਨੂੰ ਖਾਂਦੇ। ਲਾਸਟ ਵਿੱਚ ਬਚਦਾ ਬੱਚਿਓ ਸਾਡੇ ਕੋਲ ਹਰਬੀਵੋਰ। ਹਰਬੀਵੋਰਸ ਜਾਂ ਸ਼ਾਕਾਹਾਰੀ ਆ, ਜਿਸ ਨੂੰ ਅਸੀਂ ਮਤਲਬ ਜਿਹੜੇ ਸਿਰਫ ਪਲਾਂਟਸ ਅਤੇ ਪਲਾਂਟ ਪ੍ਰੋਡਕਟ ਖਾਣ। ਤਾਂ ਲਾਸਟ ਆਪਸ਼ਨ ਬਚਦੀ ਆ। ਤਾਂ ਇਹਦਾ ਆਨਸਰ ਕੀ ਆ ਜਾਣਾ? ਈਟ ਪਲਾਂਟਸ ਐਂਡ ਪਲਾਂਟ ਪ੍ਰੋਡਕਟਸ। ਤਾਂ ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਇਹ ਮੈਚਿੰਗਸ ਕਿੱਦਾਂ ਹੋਈਆਂ, ਕਿੱਦਾਂ ਇਹਨੂੰ ਅਸੀਂ ਮੈਚ ਕੀਤਾ, ਉਹ ਸਾਰਾ ਸਮਝ ਲੱਗ ਗਿਆ ਹੋਏਗਾ। ਤੁਹਾਡੀ ਬੁੱਕ ਦੇ ਵਿੱਚੋਂ ਹੀ ਲਈ ਗਈ ਹੈ, ਤਾਂ ਇਸ ਨੂੰ ਸੋਲਵ ਜ਼ਰੂਰ ਕਰ ਲੈਣਾ। ਨੈਕਸਟ ਬੱਚਿਓ ਅਸੀਂ ਦੇਖਦੇ ਹਾਂ ਟਾਈਗਰ ਇਜ਼ ਏ ਡੈਸ਼ ਬਿਕੋਜ਼ ਇਟ ਈਟਸ ਓਨਲੀ ਮੀਟ। ਚੀਤਾ ਡੈਸ਼ ਹੈ ਕਿਉਂਕਿ ਇਹ ਕੇਵਲ ਮਾਸ ਖਾਂਦਾ ਹੈ। ਤੁਹਾਨੂੰ 3 ਆਪਸ਼ਨਾਂ ਬੱਚਿਓ ਦਿੱਤੀਆਂ ਗਈਆਂ, ਤੁਸੀਂ ਇਹ ਤਿੰਨਾਂ ਦੇ ਵਿੱਚੋਂ ਇਹਦਾ ਆਨਸਰ ਢੁਕਵਾਂ ਲੱਭਣਾ ਹੈਗਾ ਆ। ਹਰਬੀਵੋਰ ਆ ਮਤਲਬ ਸ਼ਾਕਾਹਾਰੀ ਆ, ਕਾਰਨੀਵੋਰ ਆ ਮਤਲਬ ਮਾਸਾਹਾਰੀ ਹੈ, ਜਾਂ ਓਮਨੀਵੋਰ ਆ ਮਤਲਬ ਸਰਬ ਆਹਾਰੀ ਹੈ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ, ਤੁਹਾਡੇ ਹੈਲਪ ਦੇ ਲਈ ਇੱਕ ਪਿਕਚਰ ਵੀ ਬਣਾ ਦਿੱਤੀ ਗਈ ਹੈ ਕਿ ਜਿਹੜੀ ਟਾਈਗਰ ਆ ਉਹਨੇ ਮੂੰਹ ਦੇ ਵਿੱਚ ਮਾਸ ਪਕੜਿਆ ਹੋਇਆ। ਹੁਣ ਜਿਹੜੇ ਜਾਨਵਰ ਮਾਸ ਖਾਂਦੇ ਆ ਤਾਂ ਉਸਨੂੰ ਅਸੀਂ ਮਾਸਾਹਾਰੀ ਜੀਵ ਬੋਲਦੇ ਹਾਂ ਬੱਚਿਓ। ਜਿਹੜੇ ਜਾਨਵਰ ਦੂਜੇ ਜਾਨਵਰਾਂ ਨੂੰ ਖਾਂਦੇ ਹਨ ਅਸੀਂ ਉਸਨੂੰ ਮਾਸਾਹਾਰੀ ਜਾਂ ਕਾਰਨੀਵੋਰ ਜੀਵ ਬੋਲਦੇ ਹਾਂ। ਤਾਂ ਇਸ ਆਪਸ਼ਨ ਮਤਲਬ ਇਸ ਬਲੈਂਕਸ ਦਾ ਸਹੀ ਉੱਤਰ ਕੀ ਆਏਗਾ? ਟਾਈਗਰ ਇਜ਼ ਏ ਕਾਰਨੀਵੋਰ ਬਿਕੋਜ਼ ਇਟ ਈਟਸ ਓਨਲੀ ਮੀਟ। ਚੀਤਾ ਇੱਕ ਮਾਸਾਹਾਰੀ ਹੈ ਕਿਉਂਕਿ ਇਹ ਕੇਵਲ ਮੀਟ ਜਾਂ ਮਾਸ ਖਾਂਦਾ ਹੈ। ਮੈਨੂੰ ਉਮੀਦ ਹੈ ਬੱਚਿਓ ਤੁਹਾਨੂੰ ਇਹਦਾ ਆਨਸਰ ਆਉਂਦਾ ਹੀ ਹੋਵੇਗਾ। ਨੈਕਸਟ ਬਲੈਂਕਸ ਅਸੀਂ ਦੇਖਦੇ ਹਾਂ। ਹਿਰਨ ਕੇਵਲ ਪੌਦੇ ਅਤੇ ਪੌਦਿਆਂ ਦੇ ਹਿੱਸੇ ਖਾਂਦਾ ਹੈ, ਇਸ ਲਈ ਇਸ ਨੂੰ ਡੈਸ਼ ਆਖਦੇ ਹਨ। ਡੀਅਰ ਈਟਸ ਓਨਲੀ ਪਲਾਂਟ ਪ੍ਰੋਡਕਟ ਸੋ ਇਟ ਇਜ਼ ਕਾਲਡ। ਹੁਣ ਜਿਹੜਾ ਹਿਰਨ ਆ ਬੱਚਿਓ ਸਿਰਫ ਅਤੇ ਸਿਰਫ ਤੁਹਾਨੂੰ ਪਤਾ ਹੈ ਕਿ ਉਹ ਪੇੜ ਪੌਦੇ ਵਗੈਰਾ ਖਾਂਦਾ ਹੈ, ਸ਼ਾਖਾਵਾਂ ਖਾਂਦਾ ਹੈ। ਤਾਂ ਅਜਿਹੇ ਜਾਨਵਰ ਜੋ ਕਿ ਕੇਵਲ
ਘਾਹ ਪੌਦੇ ਅਤੇ ਪੌਦਿਆਂ ਤੋਂ ਪ੍ਰਾਪਤ ਉਤਪਾਦ ਨੂੰ ਖਾਂਦੇ ਹਨ, ਅਸੀਂ ਉਹਨਾਂ ਨੂੰ ਸ਼ਾਕਾਹਾਰੀ ਜੀਵ ਜਾਂ ਹਰਬੀਵੋਰ ਜੀਵ ਬੋਲਦੇ ਹਾਂ। ਤਾਂ ਇਹਦਾ ਸਹੀ ਉੱਤਰ ਕੀ ਆਏਗਾ ਕਿ ਹਿਰਨ ਕੇਵਲ ਪੌਦੇ ਅਤੇ ਪੌਦਿਆਂ ਦੇ ਹਿੱਸੇ ਖਾਂਦੇ ਹਨ, ਤਾਂ ਇਸ ਲਈ ਸ਼ਾਕਾਹਾਰੀ ਆਖਦੇ ਹਨ। ਡੀਅਰ ਈਟਸ ਓਨਲੀ ਪਲਾਂਟਸ ਪ੍ਰੋਡਕਟ, ਸੋ ਇਟ ਇਜ਼ ਕਾਲਡ ਹਰਬੀਵੋਰ। ਇਸਨੂੰ ਅਸੀਂ ਸ਼ਾਕਾਹਾਰੀ ਜੀਵ ਬੋਲਾਂਗੇ, ਹਰਬੀਵੋਰ ਬੋਲਾਂਗੇ। ਨੈਕਸਟ ਐਗਜ਼ਾਮਪਲ, ਨੈਕਸਟ ਬਲੈਂਕਸ ਅਸੀਂ ਅਗਰ ਦੇਖੀਏ ਤਾਂ ਪੈਰਟ ਈਟਸ ਓਨਲੀ ਡੈਸ਼ ਪ੍ਰੋਡਕਟਸ, ਤੋਤਾ ਕੇਵਲ ਡੈਸ਼ ਖਾਂਦਾ ਹੈ। ਤਾਂ ਮੈਨੂੰ ਉਮੀਦ ਆ ਬੱਚੇ ਤੁਹਾਨੂੰ ਇਹਦਾ ਵੀ ਉੱਤਰ ਆਉਂਦਾ ਹੋਏਗਾ। ਅਸੀਂ ਇਹਦਾ ਉੱਤਰ ਆ ਤਿੰਨਾਂ 'ਚੋਂ ਦੇਣਾ। ਹੁਣ ਤੁਸੀਂ ਆਪਣੇ ਵੱਲੋਂ ਇਹ ਨਹੀਂ ਦੇਣਾ ਕਿ ਤੋਤਾ ਕੇਵਲ ਚੂਰੀ ਖਾਂਦਾ, ਇਹ ਉੱਤਰ ਨਹੀਂ ਆ ਸਕਦਾ। ਅਸੀਂ ਤਿੰਨਾਂ ਦੇ ਵਿੱਚੋਂ ਇਹਦਾ ਉੱਤਰ ਦੇਣ ਦੀ ਕੋਸ਼ਿਸ਼ ਕਰਨੀ ਹੈ ਕਿ ਤੋਤਾ ਕੇਵਲ ਡੈਸ਼ ਖਾਂਦਾ, ਇਹ ਪੌਦੇ ਖਾਂਦਾ, ਇਹ ਕੀੜੇ ਖਾਂਦਾ, ਜਾਂ ਇਹ ਸਿਰਫ ਮਾंस ਖਾਂਦਾ। ਤਾਂ ਬੱਚਿਓ ਤੁਸੀਂ ਇੱਥੇ ਫੋਟੋ ਦੇਖ ਸਕਦੇ ਹੋ, ਫੋਟੋ ਤੋਂ ਥੋੜ੍ਹਾ ਜਿਹਾ ਤੁਹਾਨੂੰ ਹਿੰਟ ਮਿਲ ਹੀ ਗਿਆ ਹੋਏਗਾ ਕਿ ਜਿਹੜਾ ਤੋਤਾ ਹੈ ਉਹ ਸਿਰਫ ਪਲਾਂਟਸ ਖਾਂਦਾ, ਤਾਂ ਤੋਤਾ ਕੇਵਲ ਪੌਦੇ ਖਾਂਦਾ। ਮੈਨੂੰ ਉਮੀਦ ਹੈ ਬੱਚੋ ਤੁਹਾਨੂੰ ਆ ਬਲੈਂਕਸ ਸਮਝ ਲੱਗ ਗਈ ਹੋਊਗੀ। ਨੈਕਸਟ ਬਲੈਂਕਸ ਅਸੀਂ ਦੇਖ ਲੈਂਦੇ ਹਾਂ। ਵੀ ਗੈਟ ਸ਼ੂਗਰ ਫਰੋਮ ਡੈਸ਼, ਸਾਨੂੰ ਚੀਨੀ ਡੈਸ਼ ਤੋਂ ਮਿਲਦੀ ਹੈ। ਤਾਂ ਇਹਦੀਆਂ ਆਪਸ਼ਨਸ ਤੁਹਾਨੂੰ ਇੱਥੇ ਦੱਸ ਦਿੱਤੀਆਂ ਗਈਆਂ। ਐਨੀਮਲਸ ਤੋਂ ਮਤਲਬ ਜਾਨਵਰਾਂ ਤੋਂ, ਇਨਸੈਕਟਸ ਮਤਲਬ ਕੀੜਿਆਂ ਤੋਂ, ਸ਼ੂਗਰ ਕੇਨ ਮਤਲਬ ਗੰਨੇ ਤੋਂ। ਹੁਣ ਬੱਚਿਓ ਅਸੀਂ ਚੀਨੀ ਖਾਂਦੇ ਹਾਂ, ਠੀਕ ਹੈ, ਤਾਂ ਜਾਨਵਰਾਂ ਤੋਂ ਮਿਲਦਾ ਹੈ ਜਾਂ ਕੀੜੇ ਤੋਂ ਮਿਲਦਾ ਜਾਂ ਗੰਨੇ ਤੋਂ ਮਿਲਦਾ, ਇਹਦਾ ਉੱਤਰ ਤੁਸੀਂ ਸੋਚ ਕੇ ਦੇ ਸਕਦੇ ਹੋ। ਮੈਨੂੰ ਉਮੀਦ ਹੈ ਤੁਹਾਨੂੰ ਇਹਦਾ ਉੱਤਰ ਆਉਂਦਾ ਹੋਏਗਾ। ਬਹੁਤ ਸੌਖਾ ਕੁਐਸਚਨ ਆ। ਗੰਨੇ ਬੱਚਿਓ ਤੁਸੀਂ ਦੇਖੇ ਹੋਣੇ ਆ, ਗੰਨੇ ਖਾਣ 'ਚ ਮਿੱਠੇ ਹੁੰਦੇ ਆ, ਤੁਸੀਂ ਖਾਧੇ ਵੀ ਬਥੇਰਿਆਂ ਨੇ ਹੋਣੇ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਗੰਨਿਆਂ ਨੂੰ ਅਸੀਂ ਸ਼ੂਗਰ ਮਤਲਬ ਜਿਹੜੇ ਫਾਰਮਰਸ ਹੁੰਦੇ ਆ ਬੱਚੇ, ਉਹ ਸ਼ੂਗਰ ਮਿਲ ਵਾਲੇ ਬੰਦਿਆਂ ਨੂੰ ਇਹ ਗੰਨੇ ਆਪਣੇ ਵੇਚ ਦਿੰਦੇ ਆ। ਸ਼ੂਗਰ ਮਿਲ ਵਾਲੇ ਬੰਦੇ ਮਤਲਬ ਗੰਨਿਆਂ ਤੋਂ ਸ਼ੂਗਰ ਜਿਹੜੀ ਆ ਉਹ ਬਣਾਉਂਦੇ ਆ। ਤਾਂ ਵੀ ਗੈਟ ਸ਼ੂਗਰ ਫਰੋਮ, ਦੇਖੋ ਉਹਦਾ ਨਾਮ ਵੀ ਸ਼ੂਗਰ ਕੇਨ ਆ, ਠੀਕ ਹੈ ਨਾ। ਤਾਂ ਇੱਥੋਂ ਤੁਹਾਨੂੰ ਹਿੰਟ ਮਿਲ ਜਾਣਾ ਚਾਹੀਦਾ, ਜਿਹਨਾਂ ਨੂੰ ਨਹੀਂ ਵੀ ਪਤਾ, ਪਰ ਬਾਕੀ ਸਾਰਿਆਂ ਨੂੰ ਲਗਭਗ ਪਤਾ ਹੀ ਹੋਏਗਾ ਇਹਦੇ ਬਾਰੇ। ਵੀ ਗੈਟ ਸ਼ੂਗਰ ਫਰੋਮ ਸ਼ੂਗਰ ਕੇਨ, ਸਾਨੂੰ ਚੀਨੀ ਗੰਨੇ ਤੋਂ ਮਿਲਦੀ ਹੈ। ਮੈਨੂੰ ਉਮੀਦ ਹੈ ਬੱਚਿਓ ਤੁਹਾਨੂੰ ਇਹਦਾ ਆਨਸਰ ਵੀ ਆਉਂਦਾ ਹੀ ਸੀ। ਨੈਕਸਟ ਬਲੈਂਕਸ ਅਸੀਂ ਦੇਖ ਲਈਏ। ਸੌਰੀ ਬਲੈਂਕਸ ਨਹੀਂ ਹੈਗੀ, ਹੁਣ ਸਾਡੇ ਕੋਲ ਪ੍ਰਸ਼ਨ ਉੱਤਰ ਨੇ। ਪ੍ਰਸ਼ਨ ਉੱਤਰ ਜਿਹੜਾ ਪਹਿਲਾ ਸਾਡੇ ਕੋਲ ਹੈਗਾ ਕਿ ਸਾਰੇ ਸਜੀਵ ਇੱਕੋ ਜਿਹਾ ਭੋਜਨ ਖਾਂਦੇ ਹਨ। ਸਾਰੇ ਸਜੀਵ ਦੇ ਵਿੱਚ ਬੇਟਾ ਉਹ ਵੀ ਜਾਨਵਰ ਵੀ ਇਨਕਲੂਡ ਹੋ ਜਾਂਦੇ ਆ ਜਿਹੜੇ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ, ਜਿਹੜੇ ਇਸ ਚੈਪਟਰ ਦੇ ਵਿੱਚ ਅਸੀਂ ਰੀਡ ਕੀਤੇ ਆ, ਪੜ੍ਹੇ ਆ, ਉਹ ਵੀ ਸਾਰੇ ਜਾਨਵਰ ਇਹਦੇ ਵਿੱਚ ਇਨਕਲੂਡ ਹੋ ਜਾਂਦੇ ਆ। ਉਹਦਾ ਕੁਐਸਚਨ ਕੀ ਹੈ ਕਿ ਸਾਰੇ ਸਜੀਵ ਇੱਕੋ ਜਿਹਾ ਭੋਜਨ ਖਾਂਦੇ ਹਨ। ਤਾਂ ਇੰਗਲਿਸ਼ ਵਿੱਚ ਡੂ ਆਲ ਲਿਵਿੰਗ ਬੀਇੰਗਸ ਨੀਡ ਦਾ ਸੇਮ ਕਾਈਂਡ ਆਫ ਫੂਡ, ਕਿ ਸਾਰੇ ਜਿਹੜੇ ਲਿਵਿੰਗ ਬੀਇੰਗਸ ਆ ਉਹਨਾਂ ਨੂੰ ਇੱਕ ਕਿਸਮ ਦਾ ਹੀ ਫੂਡ ਚਾਹੀਦਾ ਹੈ, ਇੱਕੋ ਤਰ੍ਹਾਂ ਦੇ ਭੋਜਨ ਚਾਹੀਦਾ। ਮਤਲਬ ਜੇਕਰ ਇੱਕ ਬੰਦਾ ਜਾਂ ਇੱਕ ਜੀਵ ਵੈਜੀਟੇਰੀਅਨ ਆ ਤਾਂ ਉਸਨੂੰ ਦੂਸਰੇ ਜੀਵ ਨੂੰ ਵੀ ਵੈਜੀਟੇਰੀਅਨ ਹੀ ਮਤਲਬ ਫੂਡ ਚਾਹੀਦਾ। ਤਾਂ ਇਹਦਾ ਆਨਸਰ ਹੈਗਾ ਬੇਟਾ ਨਹੀਂ, ਨੋ। ਡਿਫਰੈਂਟ ਲਿਵਿੰਗ ਬੀਇੰਗਸ ਨੀਡ ਡਿਫਰੈਂਟ ਕਾਈਂਡ ਆਫ ਫੂਡ, ਅਲੱਗ ਪ੍ਰਕਾਰ ਦੇ ਜੀਵਾਂ ਨੂੰ ਅਲੱਗ ਪ੍ਰਕਾਰ ਦਾ ਫੂਡ ਜਿਹੜਾ ਆ ਬੱਚਿਓ ਉਹ ਚਾਹੀਦਾ ਹੈਗਾ। ਅਲੱਗ ਜੀਵ, ਜਿਵੇਂ ਅਸੀਂ ਪਿੱਛੇ ਵੀ ਪੜ੍ਹ ਕੇ ਆਏ ਹਾਂ, ਤੁਹਾਨੂੰ ਪਤਾ ਹੈ ਕਿ ਅਸੀਂ ਜਾਨਵਰਾਂ ਨੂੰ ਉਹਨਾਂ ਦੀਆਂ ਫੂਡ ਹੈਬਿਟਸ ਦੇ ਅਕੋਰਡਿੰਗਲੀ 3 ਭਾਗਾਂ 'ਚ ਬੇਟਾ ਵੰਡਿਆ ਸੀ। ਵੀ ਕੈਨ ਡਿਵਾਈਡ ਐਨੀਮਲਸ ਔਨ ਦਾ ਬੇਸਿਸ ਆਫ ਦੇਅਰ ਫੂਡ ਹੈਬਿਟਸ। 3 ਭਾਗਾਂ ਦੇ ਵਿੱਚ ਅਸੀਂ ਸਾਰੇ ਸਜੀਵਾਂ ਨੂੰ ਵੰਡਿਆ ਹੋਇਆ। ਨੰਬਰ ਪਹਿਲੇ 'ਤੇ ਸ਼ਾਕਾਹਾਰੀ ਉਹ ਸਜੀਵ ਨੇ ਜਿਹੜੇ ਕਿ ਸਿਰਫ ਘਾਹ ਪੌਦੇ ਅਤੇ ਪੌਦਿਆਂ ਤੋਂ ਪ੍ਰਾਪਤ ਉਤਪਾਦ ਨੂੰ ਹੀ ਖਾਂਦੇ ਹਨ, ਉਹਨਾਂ ਨੂੰ ਅਸੀਂ ਸ਼ਾਕਾਹਾਰੀ ਜਾਂ ਹਰਬੀਵੋਰ ਜੀਵ ਕਹਿੰਦੇ। ਹੁਣ ਇਹ ਜਿਹੜੇ ਆ ਉਹ ਸਿਰਫ ਘਾਹ ਖਾਣਗੇ। ਕਾਰਨੀਵੋਰ ਤੁਹਾਨੂੰ ਪਤਾ ਹੈ ਕਿ ਜਿਹੜੇ ਦੂਜੇ ਜਾਨਵਰਾਂ ਨੂੰ ਖਾਂਦੇ ਆ, ਦੂਜੇ ਜਾਨਵਰਾਂ ਦਾ ਮਾंस ਖਾਂਦੇ। ਹੁਣ ਇਹ ਸਿਰਫ ਜਿਹੜੇ ਆ ਉਹ ਮਾਸਾਹਾਰੀ ਜੀਵ ਦਾ ਮਤਲਬ ਕੀ ਹੈ ਕਿ ਇਹ ਸਿਰਫ ਮਾंस ਖਾਣਗੇ। ਤਾਂ ਕੀ ਘੋੜੇ ਨੇ ਤੇ ਸ਼ੇਰ ਨੇ ਸੇਮ ਜਿਹਾ ਭੋਜਨ ਖਾਧਾ, ਇੱਕੋ ਜਿਹਾ ਭੋਜਨ ਖਾਧਾ? ਤਾਂ ਇਹਦਾ ਆਨਸਰ ਆਏਗਾ ਨਹੀਂ। ਅਲੱਗ ਸਜੀਵਾਂ ਨੂੰ ਅਲੱਗ ਤਰ੍ਹਾਂ ਦਾ ਭੋਜਨ ਜਿਹੜਾ ਆ ਉਹ ਚਾਹੀਦਾ ਹੁੰਦਾ। ਤੀਸਰੇ ਪਾਸੇ ਸਰਬ ਆਹਾਰੀ ਜਾਂ ਓਮਨੀਵੋਰ ਆਰਗੈਨਿਜ਼ਮ ਵੀ ਹੁੰਦੇ ਆ, ਜਿਹੇ ਜੀਵ ਜੋ ਪੌਦੇ ਅਤੇ ਜਾਨਵਰ ਦੋਹਾਂ ਨੂੰ ਭੋਜਨ ਦੇ ਰੂਪ ਵਿੱਚ ਖਾਂਦੇ ਹੋਣ, ਉਹਨਾਂ ਨੂੰ ਅਸੀਂ ਸਰਬ ਆਹਾਰੀ ਜਾਂ ਓਮਨੀਵੋਰ ਜੀਵ ਕਹਿੰਦੇ ਆ। ਜਿਵੇਂ ਕਿ ਇਹਦੇ ਵਿੱਚ ਮਨੁੱਖ ਵੀ ਆ ਜਾਂਦਾ, ਓਮਨੀਵੋਰ ਆ ਅਸੀਂ। ਇਹਦੇ ਵਿੱਚ ਹੋਰ ਉਦਾਹਰਨ ਜਿਹੜੀਆਂ ਇਹਦੀਆਂ ਹੈਗੀਆਂ ਉਹ ਹੈਗਾ ਆ ਡੌਗ, ਭਾਲੂ ਹੈਗੇ ਨੇ, ਠੀਕ ਹੈ। ਤਾਂ ਇਹ ਕੁਛ ਇਹਦੀਆਂ ਉਦਾਹਰਨ, ਬਿੱਲੀ ਹੈਗੀ ਹੈ, ਇਹਦੀਆਂ ਉਦਾਹਰਨ ਹੋ ਗਈਆਂ। ਤਾਂ ਅਸੀਂ ਫੂਡ ਹੈਬਿਟਸ ਦੇ ਅਕੋਰਡਿੰਗਲੀ
ਸਜੀਵਾਂ ਨੂੰ 3 ਭਾਗਾਂ 'ਚ ਵੰਡਿਆ ਹੋਇਆ, ਹਰਬੀਵੋਰ, ਕਾਰਨੀਵੋਰ ਐਂਡ ਓਮਨੀਵੋਰ। ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਇਹ ਸਾਰਾ ਚੈਪਟਰ ਦੇ ਜਿਹੜੇ ਪ੍ਰਸ਼ਨ ਉੱਤਰ ਸੀਗੇ ਉਹ ਸਮਝ ਲੱਗ ਗਈ ਹੋਏਗੀ। ਇੱਕ ਸਾਡੇ ਕੋਲ ਨੈਸ ਬੇਸਡ ਕੁਐਸਚਨ ਆਨਸਰਸ ਦੀ ਨੈਕਸਟ ਵੀਡੀਓ ਆਏਗੀ, ਤੁਹਾਡੇ ਕੋਲ ਨੈਸ ਬੇਸਡ ਕੁਐਸਚਨ ਆਨਸਰਸ ਹੋਣਗੇ। ਉਹਦੇ ਵਿੱਚ ਨੈਸ ਤੁਹਾਡਾ ਪਿਛਲੇ ਸਾਲ PAS ਪੈਸ ਦਾ ਟੈਸਟ ਹੋਇਆ ਸੀ, ਪੰਜਾਬ ਅਸੈਸਮੈਂਟ ਸਰਵੇ ਜਾਂ ਪੰਜਾਬ ਅਚੀਵਮੈਂਟ ਸਰਵੇ ਵੀ ਬੋਲਦੇ ਉਸਨੂੰ, ਤਾਂ ਉਹ ਹੋਇਆ ਸੀਗਾ। ਹੁਣ ਜਿਹੜਾ ਆ ਤੁਹਾਡਾ ਨੈਸ਼ਨਲ ਪੱਧਰ 'ਤੇ ਟੈਸਟ ਵੀ ਹੋਏਗਾ, ਨੈਸ਼ਨਲ ਅਸੈਸਮੈਂਟ ਸਰਵੇ ਹੋਏਗਾ, ਤਾਂ ਉਹਦੇ ਲਈ ਅਸੀਂ ਅਲੱਗ ਤੋਂ ਕੁਝ ਪ੍ਰਸ਼ਨ ਉੱਤਰ ਬਣਾਏ ਜਿਹੜੇ ਕਿ ਤੁਹਾਡੀ ਟੈਕਸਟ ਬੁੱਕ 'ਚ ਨਹੀਂ ਹੋਣਗੇ। ਉਹ ਅਲੱਗ ਪ੍ਰਸ਼ਨ ਉੱਤਰ ਨੇ ਪਰ ਹੋਣਗੇ ਇਸੇ ਚੈਪਟਰ ਦੇ ਨਾਲ ਰਿਲੇਟਡ। ਮੈਨੂੰ ਉਮੀਦ ਆ ਬੱਚੇ ਤੁਸੀਂ ਇਹ ਸਾਰਾ ਚੈਪਟਰ ਚੰਗੀ ਤਰੀਕੇ ਨਾਲ ਸਮਝ ਲਿਆ, ਅਤੇ ਉਹ ਵੀ ਪ੍ਰਸ਼ਨ ਉੱਤਰ ਜਿਹੜੇ ਨੈਸ ਬੇਸਡ ਕੁਐਸਚਨ ਆਨਸਰਸ ਹੋਣਗੇ ਉਹ ਵੀ ਤੁਹਾਨੂੰ ਸਮਝ ਲੱਗ ਜਾਣਗੇ, ਅਤੇ ਉਹਦੇ ਬਾਰੇ ਅਸੀਂ ਨੈਕਸਟ ਵੀਡੀਓ ਦੇ ਵਿੱਚ ਚਰਚਾ ਕਰਾਂਗੇ। ਤਾਂ ਉਮੀਦ ਹੈ ਬੱਚਿਓ ਮੈਨੂੰ ਤੁਹਾਨੂੰ ਇਹ ਸਾਰਾ ਚੈਪਟਰ ਸਮਝ ਲੱਗ ਗਿਆ ਹੋਵੇਗਾ। ਬੱਚਿਓ ਸਟੇ ਹੋਮ, ਸਟੇ ਸੇਫ, ਥੈਂਕ ਯੂ।